सत श्री अकाल दोस्तों, तुसी वेख रहे हो डोर स्टैप एजुकेशन पॉइंट। उम्मीद करदा तुसी सारे वधिया होवोगे। सो दोस्तों, अज दी अपनी जिहड़ी वीडियो है ये वीडियो नंबर 3 है, जिथे आपां पंजाबी पैडागोजी दे कुछ प्रश्नों नूं डिस्कस करन जा रहे हैं, जिहड़े कि तुहाडे एग्जाम पॉइंट ऑफ व्यू तो काफ़ी हैल्पफुल है। जिहड़ी क्लास है जी ये होने वाली है। सो दोस्तों, अज दी अपनी जिहड़ी क्लास है ये तुहाडा जिहड़ा पंजाबी दा जिहड़ा पेपर है फर्स्ट एंड सैकेंड प्लस लैंग्वेज 1 या फिर लैंग्वेज 2, इन्हां दोवां लई ही हैल्पफुल है जी। जिहड़ी क्लास है होने वाली है। सो दोस्तों, पंजाबी पैडागोजी दे जिहड़े भी प्रश्न होणगे तुसीं उन्हां नूं बड़े ही ध्यान नाल समझना है। वीडियो शुरू करन तो पहलां जेकर तुसीं अपने इस चैनल नूं सबसक्राइब नहीं कीता है तो प्लीज़ इहनूं सबसक्राइब कर लिओ जी, ते आउण वालीआं वीडियोज़ नूं मिस ना करन लई जिहड़ा बैल आइकन है तुसीं ओह भी प्रेस कर सकदे हो। ते दोस्तों, जेकर वीडियो हैल्पफुल लगदी है तुसीं इहनूं लाइक जरूर कर लिओ। ते तुहानूं जेकर अपने चैनल दा नहीं पता लगदा, तुसीं की करना है, यूट्यूब ते जाना है, उत्थे सर्च करना है डोर स्टैप एजुकेशन पॉइंट। जेकर तुसीं फोन ते करोगे उत्थे तुहानूं इंटरफेस थोड़ा जिहा डिफरेंट वेखण नूं मिलेगा, बट जेकर तुसीं इन्हां नूं सर्च करदे हो तो तुहाडे सामने आह वाला लोगो वाला एक जिहड़ा चैनल है ਉਹ ਤੁਹਾਡੇ ਸਾਹਮਣੇ ਅਪੀਅਰ ਹੋਏਗਾ ਤੇ ਤੁਸੀਂ ਇਸ ਦੇ ਨਾਲ ਇੱਕ ਸਬਸਕ੍ਰਾਈਬ ਜਿਹੜਾ ਬਟਨ ਹੋਏਗਾ ਇਹਨੂੰ ਤੁਸੀਂ ਕਲਿੱਕ ਕਰਕੇ ਜਿਹੜਾ ਬੈਲ ਆਈਕਨ ਹੈ ਤੁਸੀਂ ਉਹ ਵੀ ਪ੍ਰੈਸ ਕਰ ਦੇਣਾ ਹੈ। ਸੋ ਦੋਸਤੋ, ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਨੂੰ। ਜਿਹੜਾ ਅੱਜ ਦਾ ਪਹਿਲਾ ਪ੍ਰਸ਼ਨ ਹੈ, ਇਸ ਤੋਂ ਪਹਿਲਾਂ ਵੀ ਆਪਾਂ ਜਿਹੜੀਆਂ ਦੋ ਕਲਾਸਿਸ ਨੇ ਉਹ ਲਗਾ ਚੁੱਕੇ ਹਾਂ। ਉਮੀਦ ਕਰਦਾ ਤੁਹਾਨੂੰ ਉਹ ਜਿਹੜੀਆਂ ਦੋ ਕਲਾਸਿਸ ਹੋਣਗੀਆਂ ਉਹ ਵੀ ਤੁਹਾਡੇ ਲਈ ਕਾਫੀ ਹੈਲਪਫੁਲ ਜਿਹੜੀਆਂ ਪ੍ਰੂਵ ਹੋਈਆਂ ਹੋਣਗੀਆਂ। ਸੋ ਜਿਹੜਾ ਅੱਜ ਦਾ ਪਹਿਲਾ ਪ੍ਰਸ਼ਨ ਹੈ ਭਾਵ 31ਵਾਂ ਪ੍ਰਸ਼ਨ। ਸੋ ਹੇਠ ਲਿਖਿਆਂ ਵਿੱਚ ਕਿਹੜਾ ਵਿਆਕਰਣ ਪੜ੍ਹਾਉਣ ਲਈ ਇੱਕ ਅਸਰਦਾਰ ਢੰਗ ਹੈ। ਸੋ ਦੋਸਤੋ, ਇਹ ਕੁਐਸਚਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਨਾ ਵੀ ਤੁਸੀਂ ਸੈਸ਼ਨ ਦੇ ਐਂਡ ਹੋਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ, 15 ਦੇ ਵਿੱਚੋਂ ਤੁਹਾਡੇ ਇੱਥੇ ਕਿੰਨੇ ਨੰਬਰ ਬਣੇ ਨੇ ਜੀ ਤੁਸੀਂ ਇਹ ਵੀ ਕਮੈਂਟ ਜ਼ਰੂਰ ਕਰਨਾ ਹੈ। ਮੈਂ ਵੇਖਦਾ ਹੁੰਨਾ, ਮੈਂ ਡੇਲੀ ਤੁਹਾਡੇ ਕਮੈਂਟ ਹੈ ਜੀ ਜਿਹੜੇ ਉਹ ਚੈੱਕ ਕਰਦਾ ਹੁੰਨਾ ਵੀ ਇੱਕ ਦੋ ਜਿਹੜੇ ਸਟੂਡੈਂਟ ਹੈਗੇ ਨੇ ਜੀ ਉਹ ਕਮੈਂਟ ਕਰ ਦਿੰਦੇ ਆ ਜੀ, ਬਾਕੀ ਹੋਰ ਕੋਈ ਵੀ ਕਮੈਂਟ ਨਹੀਂ ਕਰਦਾ। ਸੋ ਪਲੀਜ਼ ਕਮੈਂਟ ਜ਼ਰੂਰ ਕਰਿਓ ਤੁਹਾਡੇ ਇੱਥੇ ਕਿੰਨੇ ਨੰਬਰ ਬਣੇ ਨੇ, ਸੋ ਮੈਂ ਅਸੈਸ ਕਰ ਸਕਾਂ ਕਿ ਤੁਹਾਡੇ ਮਤਲਬ ਕਿ ਇੰਪਰੂਵਮੈਂਟ ਹੋ ਵੀ ਰਹੀ ਹੈ ਜਾਂ ਨਹੀਂ ਹੋ ਰਹੀ। ਸੋ ਫਿਰ ਮੈਂ ਆਪਦਾ ਜਿਹੜਾ ਮੈਥਡ ਹੋਏਗਾ ਤੁਹਾਨੂੰ ਸਮਝਾਉਣ ਦਾ ਮੈਂ ਉਹ ਵੀ ਚੇਂਜ ਕਰਨ ਦੀ ਕੋਸ਼ਿਸ਼ ਕਰੂੰਗਾ। ਸੋ ਵੇਖਦੇ ਹਾਂ ਹੇਠ ਲਿਖਿਆਂ ਵਿੱਚ ਕਿਹੜਾ ਵਿਆਕਰਣ ਪੜ੍ਹਾਉਣ ਲਈ ਇੱਕ ਅਸਰਦਾਰ ਢੰਗ ਹੈ। ਅਸਰਦਾਰ ਢੰਗ ਦਾ ਭਾਵ ਹੈ ਕਿ ਇਫੈਕਟਿਵ ਵੇ ਆਫ ਟੀਚਿੰਗ ਗ੍ਰਾਮਰ, ਵੀ ਤੁਸੀਂ ਬੱਚਿਆਂ ਨੂੰ ਗ੍ਰਾਮਰ ਪੜ੍ਹਾਉਣੀ ਆ, ਮਤਲਬ ਕਿ ਜਿਹੜੀ ਵਿਆਕਰਣ ਹੈ ਉਹ ਪੜ੍ਹਾਉਣੀ ਆ ਵੀ ਤੁਸੀਂ ਸਾਡੇ ਨਾਲ ਇਫੈਕਟਿਵ ਵੇ ਨਾਲ ਕਿਵੇਂ ਬੱਚਿਆਂ ਨੂੰ ਪੜ੍ਹਾ ਸਕਦੇ ਹੋ। ਤੁਹਾਡੇ ਤੋਂ ਜਿਹੜਾ ਇਹ ਪ੍ਰਸ਼ਨ ਹੈ ਪੁੱਛਿਆ ਜਾ ਰਿਹਾ ਹੈ ਐਜ਼ ਅ ਟੀਚਰ, ਠੀਕ ਹੈ ਨਾ। ਸੋ ਪਹਿਲੀ ਜਿਹੜੀ ਆਪਸ਼ਨ ਹੈ ਇਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਜਿਹੜੀਆਂ ਐਗਜ਼ਾਮਪਲਸ ਹੋਣਗੀਆਂ, ਐਗਜ਼ਾਮਪਲਾਂ ਤੋਂ ਭਾਵ ਉਦਾਹਰਨਾਂ ਦੇਣ ਉਪਰੰਤ ਮਤਲਬ ਕਿ ਤੁਸੀਂ ਪਹਿਲਾਂ ਐਗਜ਼ਾਮਪਲਸ ਦਿਓਗੇ, ਉਸ ਤੋਂ ਬਾਅਦ ਜਿਹੜੇ ਗ੍ਰਾਮਰ ਦੇ ਜਿਹੜੇ ਨੇਮ ਹੋਣਗੇ ਭਾਵ ਕਿ ਰੂਲ ਜਿਹੜੇ ਹੋਣਗੇ ਤੁਸੀਂ ਉਹ ਸਮਝਾਓਗੇ ਕਿ ਤੁਸੀਂ ਬੱਚਿਆਂ ਨੂੰ ਐਵੇਂ ਪੜਾਉਣਾ ਹੈ ਜਾਂ ਫਿਰ ਪਾਠ ਦਾ ਅਨੁਵਾਦ ਕਰਦਿਆਂ ਵਿਆਕਰਣ ਦੇ ਨੇਮ ਪੜਾਉਣਾ। ਮਤਲਬ ਕਿ ਤੁਸੀਂ ਪਾਠ ਹੈ ਨਾ ਜਿਹੜਾ ਵੀ ਲੈਸਨ ਪੜ੍ਹਾ ਰਹੇ ਹੋ ਤੁਸੀਂ ਪਹਿਲਾਂ ਤਾਂ ਉਹਦੀ ਟ੍ਰਾਂਸਲੇਸ਼ਨ ਕਰੋਗੇ। ट्रांसलेशन तो भाव अनुवाद तो है, पहला तो उसकी ट्रांसलेशन करोगे, उस तो बाद की करोगे जेडे व्याकरण ग्रामर के जेडे रूल्स होंगे तुसी वो पढ़ाओगे। या फिर ऑप्शन नंबर 3 कि व्याकरण की एक विशेष जी पुस्तक हैगी है उसकी वरतों नाल की करोगे, उन्होंने व्याकरण पढ़ाओगे कि व्याकरण की एक विशेष पुस्तक भाव की एक स्पैसिफिक बुक होएगी उसकी वरतों नाल तुसी बच्चों को ग्रामर पढ़ाओगे। या फिर ऑप्शन नंबर 4 नेमां की पड़ताल ਕਰਨ ਦੇ ਸੰਦਰਭ ਵਿੱਚ ਵਿਆਕਰਣ ਪੜਾਉਂਗੇ। ਸੋ ਇੱਥੇ ਤੁਹਾਡਾ ਸਹੀ ਜਵਾਬ ਕੀ ਹੋ ਸਕਦਾ ਹੈ। ਜੇ ਮੈਂ ਆਪਸ਼ਨ ਨੰਬਰ 2 ਤੇ ਚੱਲਾਂ ਇਹ ਤੁਹਾਡੀ ਜਿਹੜੀ ਆਪਸ਼ਨ ਹੈ ਗਲਤ ਹੋ ਜਾਏਗੀ। ਕਿਉਂ? ਕਿਉਂਕਿ ਆਪਾਂ ਇੱਥੇ ਸਿੱਧਾ ਪਾਠ ਦਾ ਜਿਹੜਾ ਅਨੁਵਾਦ ਹੈ ਉਹਦੀ ਗੱਲ ਕਰਨ ਦੀ ਕੀਤੀ ਜਾ ਰਹੀ ਹੈ। ਸੋ ਅਨੁਵਾਦ ਕਰਨ ਤੋਂ ਬਾਅਦ ਇਹ ਕਹਿ ਰਿਹਾ ਕਿ ਤੁਸੀਂ ਗ੍ਰਾਮਰ ਦੇ ਜਿਹੜੇ ਰੂਲਸ ਹੈਗੇ ਆ ਉਹ ਪੜਾ ਦਿਓ। ਸੋ ਆਪਸ਼ਨ ਨੰਬਰ 2 ਤਾਂ ਹੋ ਗਿਆ ਜੀ ਗਲਤ। ਜੇ ਆਪਾਂ ਵੇਖੀਏ ਵੀ ਆਪਸ਼ਨ ਨੰਬਰ 3 ਵੀ ਵਿਆਕਰਣ ਦੀ ਇੱਕ ਵਿਸ਼ੇਸ਼ ਜਿਹੜੀ ਪੁਸਤਕ ਹੈ ਉਹਦੀ ਵਰਤੋਂ ਨਾਲ ਵਿਆਕਰਣ ਪੜਾਉਂਗੇ। ਸੋ ਇਹ ਚਲੋ ਕੁਝ ਹੱਦ ਤੱਕ ਆਪਾਂ ਨਹੀਂ ਸਹੀ ਨਹੀਂ ਮੰਨ ਸਕਦੇ ਇਹਨੂੰ, ਕਿਉਂਕਿ ਇੱਥੇ ਸਿਰਫ ਪੁਸਤਕ ਤੇ ਹੀ ਜ਼ੋਰ ਦਿੱਤਾ ਜਾ ਰਿਹਾ ਕਿ ਉਹਦੀ ਵਰਤੋਂ ਕਰਕੇ ਗ੍ਰਾਮਰ ਪੜਾਉਂਗੇ। ਸੋ ਤੁਸੀਂ ਕਰਨਾ ਕੀ ਹੈ, ਅਸਰਦਾਰ ਢੰਗ ਨਾਲ ਪੜਾਉਣੀ ਹੈ ਜਿਹੜੀ ਗ੍ਰਾਮਰ ਹੈ। ਇਹ ਨਹੀਂ ਕਿ ਬਸ ਤੁਸੀਂ ਪੜਾ ਕੇ ਚਲੇ ਜਾਣਾ। ਸੋ ਇੱਥੇ ਜਿਹੜੀ ਆਪਸ਼ਨ ਨੰਬਰ ਆਪਾਂ ਜੇ 4 ਨੂੰ ਵੇਖੀਏ ਵੀ ਨੇਮਾਂ ਦੀ ਪੜਤਾਲ ਕਰਨ ਦੇ ਸੰਦਰਭ ਵਿੱਚ ਜਿਹੜੇ ਹੋਣਗੇ ਰੂਲਸ, ਪਹਿਲਾਂ ਤਾਂ ਕੀ ਕਰੋਗੇ ਵੀ ਰੂਲਸ ਵਗੈਰਾ ਬਾਰੇ ਥੋੜਾ ਬਹੁਤ ਤੁਸੀਂ ਬੱਚਿਆਂ ਨੂੰ ਦੱਸੋਗੇ, ਫਿਰ ਉਹਦੇ ਕੰਟੈਕਸਟ ਦੇ ਵਿੱਚ ਜਿਹੜੇ ਵੀ ਗ੍ਰਾਮਰ ਹੋਣਗੇ ਵੀ ਕੀ ਕਰੋਗੇ ਉਹ ਫਿਰ ਉਹ ਬੱਚਿਆਂ ਨੂੰ ਪੜਾਉਂਗੇ। ਸੋ ਇਹ ਜਿਹੜਾ ਸਾਡੇ ਨਾਲ ਇਫੈਕਟਿਵ ਵੇ ਹੈ ਗ੍ਰਾਮਰ ਪੜਾਉਣ ਦਾ, ਇਹੀ ਜਵਾਬ ਇਹਦਾ ਸਹੀ ਹੋਏਗਾ। ਆਪਸ਼ਨ ਨੰਬਰ 4 ਕੀ ਹੈ ਜੀ? ਆਪਸ਼ਨ ਨੰਬਰ 4 ਇਜ਼ ਦਾ ਰਾਈਟ ਆਨਸਰ। ਇਸ ਦੇ ਨਾਲ ਹੀ ਆਪਾਂ ਚੱਲਾਂਗੇ। ਉਮੀਦ ਕਰਦਾ ਤੁਸੀਂ ਇਹਦਾ ਜਵਾਬ ਹੈ ਜੀ ਉਹ ਦੇ ਦਿੱਤਾ ਹੋਏਗਾ। ਸੋ ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਇਹਦੇ ਵਿੱਚ ਇਹ ਪੁੱਛਿਆ ਜਾ ਰਿਹਾ ਕਿ ਸਮਾਜਿਕ ਸੰਪਰਕ ਦਾ ਜਿਹੜਾ ਸੰਕਲਪ ਹੈ, ਠੀਕ ਹੈ ਨਾ ਜੀ। ਸਮਾਜਿਕ ਕੀ ਹੁੰਦਾ, मतलब कि समाजिक संपर्क का मतलब है भी सोशल इंटरैक्शन की है जी। सोशल इंटरैक्शन का जिहड़ा संकल्प है, मतलब ये जिहड़ा कंसैप्ट है ये किहदे नाल संबंधित है, ठीक है ना जी। की ये पाणिनी नाल संबंधित है, की ये स्किनर नाल संबंधित है, या फिर ये वाइगोट्स्की नाल संबंधित है, या फिर ये कोल्सबर्ग नाल संबंधित है।
सो वेखो तुसी सोच के दसो, वैसे तो यह रट्टा वाला ही क्वेश्चन है पर फिर भी आप वेख लैंने आ इहदा जवाब की होएगा। सो जिहड़ा समाजिक जी समाज की जिहड़ी गल है ना वो किहदे द्वारा की गई सीगी, वो जिहड़ी गल है कि उन्होंने कहा सी कि बच्चे ते जिहड़ा समाज का प्रभाव है वो बहुत ज्यादा पएगा, ठीक है ना। सो ये जिहड़ी गल है मेनली किहदे द्वारा की गई सीगी, ये वाइगोट्स्की द्वारा जिहड़ी गल है जी ये की गई सी। सो ऑप्शन नंबर 3 की है जी, ये तुहाडा सही जवाब है। मेनली इन्होंने कहा सीगा कि जिहड़ा बच्चा है वो समाज तो काफी कुछ सीखदा, भी समाज का बहुत वड्डा प्रभाव हुंदा बच्चों ते, ठीक है ना। समाजिक इंटरैक्शन की जिहड़ी गल है, सोशल इंटरैक्शन की गल ये वाइगोट्स्की द्वारा की गई सी। सो ऑप्शन नंबर 3 नूं आपां टिक लगावांगे ते इस दे नाल ही चलांगे अगले प्रश्न ते। अगला जिहड़ा प्रश्न है इहनूं वेख लैंदे आ। अगले प्रश्न दे विच की कहा जा रहा कि हेठ लिखियां विचों किहड़ी बच्चों नूं भाषा ग्रहण करन विच सहायक हुंदी है। ग्रहण करन तो की भाव है एक्वायर दी, लैंगुएज एक्वाइजेशन की जिहड़ी गल है जी इत्थे कीती जा रही है कि बच्चों की गल कीती जा रही है, स्टूडेंट की, भी जिहड़े भी हैगे आ छोटे बच्चे उन्हां नूं जदों भाषा ग्रहण करनगे एक्वायर करनगे। सो इत्थे जिहड़ी किहड़ी गल है इन्हां चारां दे विचों लिखी हुई भी वो सारे नालों वध हैल्पफुल होएगी। पहली ऑप्शन नूं वेख लैंदे आ, एक घरेलू वातावरण जिथे बच्चे नूं वधेरे बोलण दी आग्या नहीं दित्ती जांदी, कि ये भाषा बच्चे दे विकास लई हैल्पफुल हो सकती है। जिहड़ी इत्थे गल लिखी हुई है कि आपां बच्चे नूं जिहड़ा डोमैस्टिक एनवायरनमेंट है पर आपां उहनूं उत्थे बोलण नहीं देना बहुता। सो ये गल तुहानूं की लगदा भी सही है, या फिर ऑप्शन नंबर 2 बालगां दी गलबात नूं घर अते चौगरदे विच सुनना, भी जिहड़े बच्चे गलबात कर रहे हैं तुसीं उहनूं एनवायरनमेंट दे विच की करोगे, तुसीं उहनूं सुनोगे। सो इहदे नाल की होएगा कि इहदे नाल बच्चा कह लो भी कि बच्चे नूं सुनन दे विच मदद होएगी, मतलब कि वो बच्चा इफेक्टिव वे नाल जिहड़ी भाषा वो सीख सकदा है, या फिर मतलब सीखण दी गल नहीं इत्थे ग्रहण करन दी गल है कि इहदे नाल ग्रहण कर सकदा है, या फिर बच्चों नूं वाकां दे सही उच्चारण नूं दोहराउण लई कहना। सो इहदा आपां मेन सिंपली कह रहे हैं कि जिहड़ी आ गल है तुसीं इहनूं दोहरा दो, है ना, कोई भी उच्चारण है। सो की इहदे नाल बच्चा जिहड़ा है वो भाषा ग्रहण कर सकदा है? सो बिल्कुल नहीं। ऑप्शन नंबर जे आपां 4 नूं वेखीए, दूजे बच्चों नाल खेडना, कि इहदा जवाब ये सही हो सकता है? सो वेखदे हां, तुसीं दसो। उम्मीद करदा तुसीं इहदा जवाब दे दित्ता होएगा। पहली ऑप्शन दे विच की गल कीती जा रही है घरेलू वातावरण दे विच, इत्थे तां इन्हां ने कहता भी नहीं दित्ती जांदी, नहीं दित्ती जांदी दे नाल की हो गया घरेलू वातावरण जिथे बच्चे नूं वधेरे बोलण दी आग्या नहीं दित्ती जांदी। इह तां पहले ही नैगेटिव जी गल कर रहा, मतलब आपां तां आग्या देनी है ना, इत्थे तां गल कर रहा भी नहीं देनी। बट बालगां दी गलबात नूं घर अते चौगरदे विच सुनना, पर सुन कौन रहा? ये तां बच्चों की गलबात नूं घरे सुनण नाल बच्चों की भाषा किवें मतलब कि उन्हां दी एक्वायर करन दी जिहड़ी पावर है वो किवें इफेक्टिव वे नाल काम करेगी? ऑप्शन नंबर 2 भी गलत हो गया। बट जे आपां ऑप्शन नंबर 3 नूं वेखीए भी इत्थे सिर्फ सही उच्चारण की गल की जा रही है, भी कली प्रोनंसीएशन नाल तुसीं बच्चों नूं की लैंगुएज एक्वायर करवा सकदे हो। सो ये भी पॉसिबल नहीं। बट जे आपां वेखीए ऑप्शन नंबर 4 नूं, हुण तुसीं कहोगे कि सर बच्चों के खेडण नाल किवें बच्चा जिहड़ी भाषा है वो एक्वायर करेगा? मान लो कि जिहड़ा छोटा बच्चा है वो की करदा हुंदा, मेनली तां खेडदा ही हुंदा ना पहलां। सो जदों भी जिहड़े बच्चे हुंदे आ, जदों आपस में आपदे जिहड़े पीयर्स हुंदे ने, जिहड़े उन्हां दे हम साथी हुंदे ने, जदों उन्हां नाल खेडदे हैगे आ जी, वो गलबात करदे आ। सो एक दूजे दीयां गल्लां नूं समझदे आ ते बोलदे आ। सो इसे तरह ही लैंगुएज नूं एक्वायर करदे आ ना। पहला वही भाषा की करनगे, वो बच्चे जिहड़े शब्द होणगे वो घरों सुण के आउणगे। सो उही बाद विच इंप्लाई करनगे किते होर जाके। सो इहदे नाल की होएगा, इहदे नाल जिहड़े बच्चे होणगे वो लैंगुएज नूं की करदे, वो ग्रहण करदे आ, एक्वायर करदे आ। सो इहदे विच की होएगा भी ये जिहड़ी गल है ये बच्चों नूं भाषा ग्रहण करन दे विच ये सहायक है। सो ऑप्शन नंबर 4 की है जी, ये तुहाडा सही जवाब है। इस दे नाल ही चलदे हां अज दे अपने अगले प्रश्न ते। अगला जिहड़ा प्रश्न है, बच्चे कुदरती तौर ते भाषा ग्रहण करते हैं, भी नैचुरल वे नाल जिहड़े बच्चे हैगे आ वो की करदे आ जी, भाषा नूं एक्वायर करदे आ, जेकर उन्हां दी डैश तक रसाई होवे। सो इत्थे दसो भी इत्थे की जवाब होएगा? मतलब ये कि कुदरती तौर ते बच्चे ना जिहड़े भाषा ग्रहण करदे आ, इत्थे आपां ऑप्शनां नूं पढ़दे आ, ठीक है ना। जेकर उन्हां दी डैश तक रसाई होवे, कदों ग्रहण करदे आ वो? इक्को वेले सिर्फ एक भाषा सिੱਖਦੇ ਹੈਗੇ ਆ जी ਉਹ, या फिर एक तो ਵੱਧ भाषा जो फौरी माहौल विच मौजूद होवे? मतलब यह कि एक तो ਵੱਧ भाषा जिहड़ी भी उन्हां दे इमीडिएट एनवायरनमेंट दे विच जिहड़ी अवेलेबल हुंदी है, फिर वो बच्चे की करदे आ जी कुदरती तौर ते जिहड़ी भाषा वो सीख जांदे आ, ठीक है ना। कि इहदा ये जवाब सही है? या फिर सिर्फ बिजलाई ते प्रिंट मीडिया, या फिर सिर्फ वो जिहड़े कि कह लो टैलीविजन हुंदे ने, मोबाइल फोन हुंदे ने, या फिर कह लो अखबारां या फिर मैगजीन हो गईयां, उन्हां दी वरतों नाल ही जिहड़े बच्चे हैगे आ वो भाषा नूं ग्रहण करदे आ। सो इहदा जवाब तां मैं तुहानूं पहले ही एलिमिनेट कर दिना, ये गलत हो गया, ये पॉसिबल नहीं। उस भाषा की व्याकरणक बनतर, ठीक है ना जी। सो आपां गल की कर रहे हैं? कुदरती तौर ते भाषा की गल कर रहे हैं। नैचुरल वे नाल भाषा
ਜਦੋਂ ਬੱਚਾ ਐਕਵਾਇਰ ਕਰਦਾ ਉਹ ਕਿਹੜੀ ਭਾਸ਼ਾ ਹੁੰਦੀ ਹੈ? ਮੇਨਲੀ ਉਹਦੀ ਮਦਰ ਟੰਗ ਹੁੰਦੀ ਹੈ। ਮਤਲਬ ਇਹ ਕਿ ਪਹਿਲੀ ਭਾਸ਼ਾ ਹੁੰਦੀ ਹੈ। ਸੋ ਪਹਿਲੀ ਭਾਸ਼ਾ ਨੂੰ ਜਦੋਂ ਵੀ ਆਪਾਂ ਸਿੱਖਦੇ ਹਾਂ, ਮਤਲਬ ਜਦੋਂ ਵੀ ਆਪਾਂ ਪੰਜਾਬੀ ਸਿੱਖੀ ਹੋਏਗੀ, ਕੀ ਆਪਾਂ ਉਹਦੀ ਗ੍ਰਾਮਰ ਨੂੰ ਯਾਦ ਕੀਤਾ ਸੀ? ਹੁਣ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛ ਰਿਹਾ, ਜਦੋਂ ਤੁਸੀਂ ਪੰਜਾਬੀ ਲੈਂਗੁਏਜ ਸਿੱਖ ਲਈ, ਤੁਹਾਨੂੰ ਬੋਲਣੀ ਆਉਂਦੀ ਸੀ, ਕੀ ਤੁਸੀਂ ਗ੍ਰਾਮਰ ਵੀ ਇਹਦੇ ਲਈ ਸਿੱਖੀ ਸੀ? ਤੁਹਾਡਾ ਜਵਾਬ ਹੋਏਗਾ ਕਿ ਨਹੀਂ ਸਰ, ਆਪਾਂ ਤਾਂ ਗ੍ਰਾਮਰ ਸਿੱਖੀ ਨਹੀਂ ਸੀ, ਆਪਾਂ ਤਾਂ ਐਵੇਂ ਹੀ ਪੰਜਾਬੀ ਬੋਲਣੀ ਸਿੱਖ ਗਏ ਸੀਗੇ, ਘਰਦਿਆਂ ਤੋਂ ਸੁਣ ਕੇ, ਟੀਚਰਾਂ ਤੋਂ ਸੁਣ ਕੇ। ਸੋ ਮਤਲਬ ਇਹ ਕਿ ਇਹਦਾ ਜਿਹੜਾ ਆਪਸ਼ਨ ਨੰਬਰ 4 ਹੈ ਇਹ ਵੀ ਗਲਤ ਹੈ। ਤੇ ਇੱਥੇ ਕੀ ਲਿਖਿਆ ਹੋਇਆ ਆਪਸ਼ਨ ਨੰਬਰ ਫਸਟ ਦੇ ਵਿੱਚ? ਇੱਕੋ ਵੇਲੇ ਸਿਰਫ ਇੱਕ ਭਾਸ਼ਾ ਜਿਹੜਾ ਬੱਚਾ ਉਹ ਗ੍ਰਹਿਣ ਕਰ ਸਕਦਾ ਹੈ। ਸੋ ਇਹ ਵੀ ਕੋਈ ਪੋਸੀਬਲ ਨਹੀਂ। ਮੰਨ ਲਓ ਕਿ ਇੱਕ ਜਿਹੜੇ ਪੰਜਾਬੀ ਸਪੀਕਿੰਗ ਵਾਲੀ ਫੈਮਿਲੀ ਦੇ ਵਿੱਚ ਇੱਕ ਜਿਹੜਾ ਬੱਚਾ ਜਨਮ ਲੈਂਦਾ ਹੈ, ਮੰਨ ਲਓ ਕਿ ਉਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਅੰਗਰੇਜ਼ੀ ਵੀ ਬੋਲਦੇ ਆ, ਠੀਕ ਹੈ ਨਾ, ਮੰਨ ਲਓ ਕਿ ਇੱਕ ਤੋਂ ਵੱਧ ਭਾਸ਼ਾ ਜੇ ਬੋਲ ਰਿਹਾ ਤੇ ਬੱਚਾ ਆਬਵੀਅਸ ਜੀ ਗੱਲ ਹੈ ਉਹ ਭਾਸ਼ਾ ਵੀ ਸਿੱਖ ਹੀ ਜਾਏਗਾ ਨਾ, ਕਿਉਂਕਿ ਉਹ ਗ੍ਰਹਿਣ ਕਰ ਰਿਹਾ। ਸੋ ਆਪਸ਼ਨ ਨੰਬਰ ਜਿਹੜਾ 2 ਹੈ, ਮਤਲਬ ਕਿ ਇਹ ਸਹੀ ਜਵਾਬ ਹੋਏਗਾ। ਮਤਲਬ ਕਿ ਜੋ ਵੀ ਤੁਹਾਡਾ ਇਮੀਡੀਏਟ এনवायरमेंट ਹੈ ਉਹਦੇ ਵਿੱਚੋਂ ਜਿਹੜਾ ਵੀ ਘਰ ਦੇ ਵਿੱਚ ਮਾਹੌਲ ਪ੍ਰੋਵਾਈਡ ਕੀਤਾ ਜਾ ਰਿਹਾ, ਜੋ ਕੁਝ ਵੀ ਸੁਣੋਗੇ ਤੁਸੀਂ ਉਹਨੂੰ ਕੀ ਕਰੋਗੇ ਜੀ? ਸਿੱਖ ਜਾਓਗੇ। ਸੋ ਆਪਸ਼ਨ ਨੰਬਰ 2 ਕੀ ਹੋ ਗਿਆ ਜੀ? ਇਹਨੂੰ ਤੁਸੀਂ ਕਰੋਗੇ ਟਿਕ, ਇਹ ਤੁਹਾਡਾ ਸਹੀ ਜਵਾਬ ਹੈ। ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਪੰਜਵਾਂ ਪ੍ਰਸ਼ਨ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਪਾਠ ਦੀ ਪੜ੍ਹਤ ਬਾਰੇ ਸਭ ਤੋਂ ਵੱਧ ਮਹੱਤਵਪੂਰਨ ਹੈ? ਮਤਲਬ ਇਹ ਕਿ ਇੱਥੇ ਤੁਹਾਨੂੰ ਜਿਹੜੀਆਂ ਆਪਸ਼ਨਾਂ ਦਿੱਤੀਆਂ ਹੋਈਆਂ ਵੀ ਜਦੋਂ ਤੁਸੀਂ ਕੀ ਕਰਨਾ ਹੈ, ਪਾਠ ਦੀ ਪੜ੍ਹਤ ਦਾ ਮਤਲਬ ਕੀ ਹੈ? ਲੈਸਨ ਰੀਡਿੰਗ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ। ਸੋ ਲੈਸਨ ਰੀਡਿੰਗ ਜਦੋਂ ਵੀ ਆਪਾਂ ਕਰਦੇ ਹਾਂ, ਸੋ ਉਹਦੇ ਵਿੱਚੋਂ ਕਹਿ ਲਓ ਵੀ ਹਨਾ ਵੀ ਆਪਾਂ ਨੂੰ ਸਾਰਿਆਂ ਨਾਲੋਂ ਵੱਧ ਕਿਹੜੀ ਗੱਲ ਦਾ ਧਿਆਨ ਹੈ, ਜਾਂ ਫਿਰ ਜਿਹੜੀਆਂ ਵੀ ਗੱਲਾਂ ਲਿਖੀਆਂ ਹੋਈਆਂ ਵੀ ਉਹਦਾ ਕਹਿ ਲਓ ਵੀ ਇੰਪੋਰਟੈਂਟ ਹੈ, ਠੀਕ ਹੈ ਨਾ ਜੀ। ਪਾਠ ਦੇ ਹਰੇਕ ਸ਼ਬਦ ਨੂੰ ਪੜ੍ਹਨਾ ਕੀ ਇਹ ਇੰਪੋਰਟੈਂਟ ਹੈ? ਜਦੋਂ ਵੀ ਤੁਸੀਂ ਪਾਠ ਨੂੰ ਪੜ੍ਹਦੇ ਹੋ ਤੇ ਤੁਹਾਨੂੰ ਲੱਗਦਾ ਵੀ ਜਦੋਂ ਵੀ ਆਪਾਂ ਸਾਰੇ ਸ਼ਬਦ ਪੜ੍ਹਦੇ ਹਾਂ ਵੀ ਸਾਰੇ ਹੀ ਸ਼ਬਦਾਂ ਦਾ ਮੀਨਿੰਗ ਹੈ ਜਿਹੜਾ ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਮਤਲਬ ਕਿ ਮੀਨਿੰਗ ਦਾ ਨਹੀਂ, ਇੱਥੇ ਗੱਲ ਕੀਤੀ ਗਈ ਹੈ ਸ਼ਬਦਾਂ ਨੂੰ ਸਿਰਫ ਤੁਸੀਂ ਪੜ੍ਹੋ। ਜਾਂ ਫਿਰ ਆਪਸ਼ਨ ਨੰਬਰ 2 ਵਿਰਾਮ ਚਿੰਨ੍ਹਾਂ ਉੱਪਰ ਧਿਆਨ ਕੇਂਦਰਿਤ ਕਰਨਾ। ਜਿਵੇਂ ਕਿ ਆ ਕੀ ਹੈ ਜੀ, ਜਿਹੜੇ ਵਿਰਾਮ ਚਿੰਨ੍ਹ ਹੁੰਦੇ ਆ ਨਾ ਜੀ, ਜਿਹੜੇ ਲਗਾਏ ਜਾਂਦੇ ਆ, ਜਿਵੇਂ ਕਿ ਇੱਥੇ ਡੰਡੀ ਪਾਈ ਹੋਈ ਆ, ਜਾਂ ਫਿਰ ਕੌਮਾ ਹੋ ਸਕਦਾ ਹੈ, ਛੋਟ ਮਰੋੜੀ ਹੋ ਸਕਦੀ ਹੈ। ਸੋ ਇਹੋ ਜਿਹੇ ਬਹੁਤ ਸਾਰੇ ਕਹਿ ਲਓ ਵੀ ਜਿਹੜੇ ਵਿਰਾਮ ਚਿੰਨ੍ਹ ਹੁੰਦੇ ਹੈਗੇ ਆ ਜੀ, ਤੁਸੀਂ ਕੀ ਉਹਨਾਂ ਵੱਲ ਧਿਆਨ ਦਿਓਗੇ? ਜਾਂ ਫਿਰ ਆਪਸ਼ਨ ਨੰਬਰ 3 ਲਿਖਿਤ ਪਾਠ ਦਾ ਜਿਹੜਾ ਅਰਥ ਹੈ, ਅਰਥ ਤੋਂ ਭਾਵ ਮੀਨਿੰਗ, ਵੀ ਜੋ ਕੁਝ ਵੀ ਉੱਥੇ ਪਾਠ ਲਿਖਿਆ ਹੋਇਆ ਉਹਦਾ ਜਿਹੜਾ ਤੁਸੀਂ ਮੀਨਿੰਗ ਹੈ ਤੁਸੀਂ ਉਹ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਾਂ ਫਿਰ ਆਪਸ਼ਨ ਨੰਬਰ 4 ਸ਼ੁੱਧ ਉਚਾਰਨ, ਉਚਾਰਨ ਤੋਂ ਭਾਵ ਹੈ ਪ੍ਰੋਨੰਸੀਏਸ਼ਨ ਤੋਂ, ਸ਼ੁੱਧ ਮਤਲਬ ਐਕੂਰੇਸੀ, ਐਕੂਰੇਟ ਪ੍ਰੋਨੰਸੀਏਸ਼ਨ ਨੂੰ ਉੱਚੀ ਪੜ੍ਹਨਾ, ਮਤਲਬ ਕਿ ਲਾਊਡ ਰੀਡਿੰਗ ਕਰੋਗੇ ਤੁਸੀਂ। ਕਿਹੜੀ ਰੀਡਿੰਗ ਕਰੋਗੇ? ਲਾਊਡ ਰੀਡਿੰਗ, ਐਕੂਰੇਟ ਪਲੱਸ ਪ੍ਰੋਨੰਸੀਏਸ਼ਨ ਜਿਹੜੀ ਵੀ ਤੁਸੀਂ ਕਰਨੀ ਹੈ ਉਹ ਲਾਊਡ ਕਰਨੀ ਹੈ। ਕੀ ਇਹਦਾ ਇਹ ਜਵਾਬ ਸਹੀ ਹੋਏਗਾ? ਸੋ ਦੋਸਤੋ ਮੈਂ ਤੁਹਾਨੂੰ ਪੁੱਛਦਾ ਵੀ ਜਦੋਂ ਵੀ ਆਪਾਂ ਕੋਈ ਪਾਠ ਪੜ੍ਹਦੇ ਹਾਂ, ਜਦੋਂ ਵੀ ਤੁਸੀਂ ਪੰਜਾਬੀ ਦੇ ਵਿੱਚ ਸੀਟੈਟ ਦੇ ਐਗਜ਼ਾਮ ਦੀ, ਚਲੋ ਮੈਂ ਗੱਲ ਕਰ ਲੈਣਾ, ਸੀਟੈਟ ਦੇ ਐਗਜ਼ਾਮ ਦੇ ਵਿੱਚ 2 ਤੁਹਾਨੂੰ ਆਉਂਦੇ ਆ ਕੰਪਰੀਹੈਂਸ਼ਨ, ਅੰਗਰੇਜ਼ੀ ਚ ਵੀ ਆਉਣਗੇ, ਪੰਜਾਬੀ ਚ ਵੀ ਆਉਣਗੇ, ਜਾਂ ਫਿਰ ਜੇ ਤੁਸੀਂ ਹਿੰਦੀ ਲੈਂਗੁਏਜ ਭਰੀ ਹੋਏਗੀ ਉੱਤੇ ਹਿੰਦੀ ਚ ਵੀ ਆਉਣਗੇ। ਸੋ ਜਦੋਂ ਵੀ ਤੁਸੀਂ ਉਹ ਪਾਠ ਪੜ੍ਹਦੇ ਹੋ ਵੀ ਸ਼ਬਦਾਂ ਨੂੰ ਤੁਸੀਂ ਸ਼ਬਦਾਂ ਨੂੰ ਪੜੋ ਨਾ ਪੜੋ, ਪਰ ਤੁਹਾਨੂੰ ਇਹ ਗੱਲ ਤਾਂ ਹੈਗੀ ਹੈ ਨਾ ਵੀ ਤੁਹਾਨੂੰ ਸਾਰਾ ਜਿਹੜਾ ਪਾਠ ਹੈ, ਜਿਹੜਾ ਵੀ ਤੁਸੀਂ ਕੰਪਰੀਹੈਂਸ਼ਨ ਪੜ੍ਹ ਰਹੇ ਹੋ, ਤੁਹਾਨੂੰ ਉਹ ਸਮਝ ਆਉਣਾ ਚਾਹੀਦਾ। ਮਤਲਬ ਕਿ ਉਹਦੇ ਵਿੱਚ ਲਿਖਿਆ ਕੀ ਗਿਆ ਹੈ ਉਹ ਤੁਹਾਨੂੰ ਸਮਝ ਆਉਣਾ ਚਾਹੀਦਾ। ਸੋ ਉਹਦੇ ਅਕੋਰਡਿੰਗ ਆਪਸ਼ਨ ਨੰਬਰ ਜੇ ਆਪਾਂ 3 ਨੂੰ ਵੇਖੀਏ ਵੀ ਜੋ ਕੁਝ ਵੀ ਲਿਖਤ ਪਾਠ ਹੈ ਉਹਦੇ ਅਰਥ ਨੂੰ ਜਾਣਨਾ ਕੀ ਹੈ ਜੀ, ਇਹ ਸਾਰਿਆਂ ਨਾਲੋਂ ਇੰਪੋਰਟੈਂਟ ਹੈ। ਸੋ ਆਪਸ਼ਨ ਨੰਬਰ 3 ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ। ਸੋ ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਇਹ ਤੁਸੀਂ ਸਮਝ ਗਏ ਹੋਣੇ ਆ। ਹੁਣ ਵੇਖਦੇ ਹਾਂ ਅਗਲਾ ਜਿਹੜਾ ਪ੍ਰਸ਼ਨ ਹੈ। ਅਗਲੇ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਜਾ ਰਿਹਾ, ਹੇਠ ਲਿਖਿਆਂ ਵਿੱਚੋਂ ਕਿਹੜਾ ਭਾਸ਼ਾ ਦੇ ਅਧਿਆਪਨ ਦਾ ਉਦੇਸ਼ ਨਹੀਂ ਹੈ? ਹੇਠ ਲਿਖਿਆਂ ਵਿੱਚੋਂ ਆਪਾਂ ਕੀ ਕਰਨੇ ਆ ਜੀ, ਇਹ ਆਪਾਂ ਜੋ ਕੁਝ ਪੜ੍ਹ ਰਹੇ ਹਾਂ ਇਹ ਹੈ ਕਿ ਲੈਂਗੁਏਜ ਹੀ ਹੈ ਨਾ, ਪੰਜਾਬੀ ਜੇ ਤੁਸੀਂ ਉੱਥੇ ਆਪਟ ਕੀਤੀ ਹੈ ਮਤਲਬ ਇਹ ਲੈਂਗੁਏਜ ਕੀਤੀ ਹੈ ਤੁਸੀਂ, ਫਸਟ ਲੈਂਗੁਏਜ ਹੋ ਸਕਦੀ ਹੈ, ਲੈਂਗੁਏਜ 2 ਹੋ ਸਕਦੀ ਹੈ। ਬਟ ਜਦੋਂ ਵੀ ਆਪਾਂ ਲੈਂਗੁਏਜ ਟੀਚ ਕਰਾਂਗੇ ਸੋ ਉਹਦੇ ਵਿੱਚ ਆਪਾਂ ਕਿਹੜੀਆਂ ਗੱਲਾਂ ਦਾ ਧਿਆਨ ਨਹੀਂ ਰੱਖਾਂਗੇ, ਠੀਕ ਹੈ ਨਾ ਜੀ। ਮਤਲਬ ਇੱਥੇ ਕਿ ਜਿਹੜੇ ਤੁਹਾਨੂੰ ਇੱਥੇ 4 ਆਪਸ਼ਨ ਦਿੱਤੇ ਹੋਏ ਆ ਨਾ, ਇਹਨਾਂ ਦੇ ਵਿੱਚੋਂ 3 ਹੋਣਗੇ ਸਹੀ। ਮਤਲਬ ਤੁਸੀਂ ਭਾਸ਼ਾ ਪੜਾਉਣ ਲੱਗਿਆਂ ਉਹਨਾਂ 3 ਗੱਲਾਂ ਦਾ ਤਾਂ ਧਿਆਨ ਰੱਖੋਗੇ, ਬਟ ਇੱਕ ਗੱਲ ਦਾ ਧਿਆਨ ਨਹੀਂ ਰੱਖੋਗੇ। ਸੋ ਵੇਖਦੇ ਹਾਂ ਕਿਹੜੀ ਗੱਲ ਹੈ। ਆਪਾਂ ਪਹਿਲਾਂ ਆਪਸ਼ਨਾਂ ਨੂੰ ਪੜ੍ਹ ਲੈਂਦੇ ਹਾਂ, ਇੱਕ ਵਾਰ ਵੇਖਦੇ ਹਾਂ। ਸੂਝ-ਬੂਝ ਨਾਲ ਪੜਨ ਦੀ ਯੋਗਤਾ, ਠੀਕ ਹੈ ਨਾ ਜੀ। ਸੂਝ-ਬੂਝ ਤੋਂ ਭਾਵ ਇਹ ਹੈ ਕਿ ਜੋ ਕੁਝ ਤੁਸੀਂ ਪੜ੍ਹ ਰਹੇ ਹੋ ਵੀ ਉਹਨੂੰ ਬੜੇ ਹੀ ਧਿਆਨ ਨਾਲ ਪੜ੍ਹਨਾ ਹੈ। ਮਤਲਬ ਕਿ ਉਹਦਾ ਜਿਹੜਾ ਮੀਨਿੰਗ ਹੈ ਤੁਸੀਂ ਉਹ ਵੀ ਗੈਸ ਵਗੈਰਾ ਕਰ ਸਕਦੇ ਹੋ, ਠੀਕ ਹੈ ਨਾ। ਸੂਝ-ਬੂਝ ਮਤਲਬ ਥੋੜਾ ਜਿਹਾ ਦਿਮਾਗ ਲਗਾ ਕੇ ਪੜੋਗੇ। ਆਪਸ਼ਨ ਨੰਬਰ 2 ਕੋਸ਼ਿਸ਼ ਕਰਕੇ ਵਿਚਾਰਾਂ ਨੂੰ ਪ੍ਰਗਟਾਉਣਾ, ਵੀ ਹਨਾ ਵੀ ਟਰਾਈ ਕਰਕੇ ਤੁਸੀਂ ਜਿਹੜੇ ਆਪਦੇ ਵਿਚਾਰ ਹੋਣਗੇ ਉਹ ਤੁਸੀਂ ਪ੍ਰਗਟਾਓਗੇ। ਜਾਂ ਫਿਰ ਆਪਸ਼ਨ ਨੰਬਰ 3 ਜੋ ਉਹ ਸੁਣਦੇ ਹਨ ਉਹਨਾਂ ਨੂੰ ਸਮਝਣ ਦੀ ਸਮਰੱਥਾ, ਠੀਕ ਹੈ ਨਾ। ਜੋ ਕੁਝ ਤੁਸੀਂ ਬੱਚਿਆਂ ਨੂੰ ਸੁਣਾ ਰਹੇ ਹੋ, ਠੀਕ ਹੈ ਨਾ, ਉਹ ਉਹਨਾਂ ਨੂੰ ਸਮਝ ਵੀ ਆਉਣੀ ਚਾਹੀਦੀ ਹੈ, ਵੀ ਕੈਪੈਸਿਟੀ ਹੋਣੀ ਚਾਹੀਦੀ ਹੈ ਕਿ ਜੋ ਕੁਝ ਆਪਾਂ, ਜਿਵੇਂ ਮੈਂ ਤੁਹਾਨੂੰ ਕੁਝ ਬੋਲ ਕੇ ਸੁਣਾ ਰਿਹਾ, ਠੀਕ ਹੈ ਨਾ, ਜਿਵੇਂ ਕੁਐਸਚਨ ਪੜ੍ਹ ਰਿਹਾ, ਜੇਕਰ ਤੁਹਾਨੂੰ ਇਹ ਕੁਐਸਚਨ ਨਹੀਂ ਸਮਝ ਆ ਰਹੇ
ठीक है ना। मान लो कोई होर भी वीडियो वेखदा जिन्होंने पंजाबी नहीं आती, मतलब कि वो मेरिया गल्लां नूं नहीं समझ पाएगा, ठीक है ना। मतलब कि कई बार औख भी हुंदी है बच्चों नूं, जो कुछ मैं कह रहा या फिर जो कुछ टीचर कह रहा भी वो बच्चों नूं समझ भी आना चाहिए। सो ये जिहड़ी कैपेसिटी है ये बच्चों च होनी चाहिए है। इत्थे ऑप्शन दे विच ये लिखिया होया। ते ऑप्शन नंबर 4 तर्क संगत लिखण दी सिरजना। तर्क संगत तो भाव है कि जिहड़ी आपां रीजनिंग नहीं करते भी जिहड़े आपां रीजन करते हैं, ठीक है ना, ते ओहदी जिहड़ी क्रिएटिविटी हुंदी है भी इहदी ये गल कीती जा रही है भी क्रिएटिव राइटिंग दी इत्थे गल कीती जा रही है, ठीक है ना, कि ये बच्चे दे विच होनी चाहिए है। सो वेखदे हां आपां ना जदों भी बच्चे नूं लैंग्वेज सिखाउने आ, मैं तुहानूं पहलां भी दस्सिया सीगा आपां किहड़ियां गल्लां दा ध्यान रखदे हां, मतलब आपां ऑर्गेनाइज्ड वे नाल बच्चों नूं कुछ पढ़ाउणा सिखाउने आ। जिवें कि पहलां की सिखाउने आ LSRW, ठीक है ना। LSRW का मतलब क्या है जी, पहला तो करता बच्चा लिसनिंग। लिसनिंग तो भाव है बच्चा पहला सुनता है, ठीक है ना, मतलब कि जो छोटा होंदा बच्चा सुनता है, फिर हौली हौली की करता है जो स्पीकिंग करता, बोलना शुरू करता हो। बोलण तो बाद स्कूल जाता, इधर उधर जाता, ठीक है ना जी, गुआंढियां कोल जाता, खेडण दे मैदान में जाके खेडदा है। सो उत्थे मतलब कि जो भी बच्चा स्कूल जाना शुरू करता उत्थे वो रीडिंग करनी शुरू करता है, ठीक है ना जी, रीडिंग सीखता है। उस तो बाद जिहड़ी राइटिंग लिखण दा काम है उत्थे वो सीख जाता है। सो मतलब ये कि इत्थे वेखो सूझ-बूझ नाल पढ़न दी योग्यता, मतलब ये रीडिंग दी गल कीती जा रही है, ठीक है ना, मतलब कि ये तो उद्देश्य हैगा अपना सूझ-बूझ नाल पढ़न दी योग्यता, ये तो हैगी है गल। जे आपां गल करिए ऑप्शन नंबर 3 दी, ऑप्शन नंबर 3 दे विच लिखिया होया जो कुछ सुनते हैं उन्होंने समझण दी समर्था, मतलब कि लिसनिंग कर रहा बच्चा इत्थे, है ना, लिसनिंग। सो लिसनिंग भी बहुत ज्यादा जरूरी है। सो ऑप्शन नंबर 3 की है जी, ये भी तुहाडा सही है। किहदे हिसाब नाल भी ये भाषा के अध्यापन का उद्देश्य है, आपां नहीं है ये भी लभांगे, बट पहला आपां ये वेख लीए। बट जे आपां गल करिए तर्क संगत लिखण दी सिरजना, सो ये भी गल ठीक है ना जी, आपां राइटिंग की गल कर रहे हैं, ठीक है ना जी। तर्क संगत लिखण दी सिरजना, कोशिश करके विचारां नूं प्रगटाउणा, ठीक है ना जी, ये इत्थे जिहड़ा जवाब है जी ये गलत होएगा। क्यों? क्योंकि इत्थे बच्चा कोशिश कर रहा, विचारां नूं प्रगटा रहा, मतलब आपां की ओवरऑल जे वेखीए ना ते आप बाकी जिहड़ियां 3 गल्लां ने ये तो काफी इंपॉर्टेंट हैगियां, बट ऑप्शन नंबर 2 जिहड़ा है वो इन्ना ज्यादा इंपॉर्टेंट है नहींगा भी कोशिश करके विचारां नूं प्रगटाउणा, मतलब ये लैस इंपॉर्टेंट है। तुसीं एक बार ऑप्शनां नूं ध्यान नाल पढ़ोगे ना कि हाँ भी तुहानूं फिर पता लग जाएगा कि हाँ भी जिहड़ी पहली तीसरी ते चौथी गल है ये कुछ काफी इंपॉर्टेंट है जदों भी आपां बच्चों नूं लैंग्वेज जदों टीचिंग करांगे, ठीक है ना। आपां विचारां नूं प्रगटाउण दी गल बिल्कुल करदे हां, बट इन्हां ऑप्शनां दे हिसाब नाल फिट नहीं बैठ रहा इत्थे, ठीक है जी। सो ऑप्शन नंबर 2 की है जी, ये तुहाडा सही जवाब है। की है जी, किहड़ा भाषा दे अध्यापन दा उद्देश्य जदों आपां लैंग्वेज टीचिंग दा उद्देश्य नहीं हुंदा, ठीक है ना जी, कोशिश करके विचारां नूं प्रगटाउणा, सो ये गल नहीं हुंदी जी, ठीक है ना जी। सो ऑप्शन नंबर चलदे हां क्वेश्चन नंबर नैक्सट ते। ध्वनियात्मक जानकारी बहुत ज्यादा डैश नाल संबंधित है। ध्वनियात्मक की हुंदी है, धुनी की हुंदी है जी, जिहड़े कि शब्दां दे जिहड़े कह लो भी जिहड़ी ओहदी आवाज हुंदी है, साउंड हुंदी है, ठीक है ना जी। सो ओनू आपां की कहने ध्वनियात्मक जिहड़ी जानकारी है ये बहुत ज्यादा डैश नाल संबंधित है, सुनन योग्यता नाल संबंधित है जी, बोलण योग्यता नाल संबंधित है, या फिर पढ़न योग्यता नाल संबंधित है, या फिर लिखण योग्यता नाल संबंधित है। सो दोस्तों दसो इत्थे किहड़ा जवाब है जी वो सही होएगा। सो आपां वेखदे हां, ठीक है ना जी, जिवें कि मैं तुहानूं क्लास दे विच जदों भी आपां टॉप डाउन एक अप्रोच पढ़ते हैं जी, एक बॉटम अप अप्रोच पढ़ते हैं, ठीक है ना जी। ये मैं पहला भी तुहानूं दस्सिया सी, जिवें मान लो ये बॉटम अप अप्रोच है, ठीक है ना जी, आपां थल्ले तो मतलब कि बेसिक लैवल तो उत्ते जावांगे। सो आपां की करते हैं, आपां बच्चों नूं पहलां है ना धुनियां बारे दसदे हैं, अखरां बारे दसदे हैं, ठीक है ना जी। सो मतलब ये कि आपां की कर रहे हैं बच्चों नूं मतलब कि जिहड़ा है वो पढ़न दी गल है जिहड़ी वो सिखाउने आ, आपां धुनियां दी वरतों करते हैं, ठीक है ना जी। सो ध्वनियात्मक जिहड़ी जानकारी है वो किहदे नाल वध संबंधित है जी, वो पढ़न नाल वध संबंधित है, ठीक है जी। सो ज्यादा संबंधित किहदे नाल है जी, पढ़न नाल, ठीक है ना जी। सो बच्चा जदों पढ़ेगा पहला तो आपां उहनूं धुनियां बारे दसांगे ना कि हाँ भी यह आ शब्द है, यह उड़ा है या फिर एड़ा है, ईड़ी है, मतलब कि जदों बच्चा अपनी गल सुनेगा तो फिर वो की करेगा, एक बार पढ़ के बोलेगा ना, मतलब पढ़ेगा वो पहला उन्होंने, ठीक है ना, वो लिखेगा तो पढ़ेगा उन्होंने। सो ये ज्यादा जिहड़ा संबंधित है वो किहदे नाल है जी, ये पढ़न योग्यता नाल संबंधित है। सो चलदे अज दे अपने अगले प्रश्न ते। अगला जिहड़ा प्रश्न है इहनूं वेख लैंदे आ। इहदे विच गल कीती जा रही है नोम चॉम्स्की दी। नोम चॉम्स्की दा जिहड़ा मनना है, की मनना है कि भाषा लई बच्चों कोल डैश दी आंतरिक योग्यता हुंदी है। इत्थे दसो किहड़ा जवाब सही होएगा जी। नोम चॉम्स्की दा की मनना है कि भाषा लई बच्चों कोल भी जदों भी लैंग्वेज लई बच्चों कोल डैश दी आंतरिक योग्यता हुंदी है, ग्रहणशीलता, नकल, परिवर्तन, रूपांतरण या फिर अनुवाद। सो जिहड़े नोम चॉम्स्की होए है ना वो की कहंदे सीगे कि बच्चों दे विच पहलां ही कुछ आइनेट एबिलिटीज हुंदियां हैगियां, ठीक है ना जी,
ਮਤਲਬ ਇਹ ਕਿ ਕੁਝ ਉਹਨਾਂ ਕੋਲ ਪਹਿਲਾਂ ਤੋਂ ਹੀ ਗ੍ਰਹਿਣਸ਼ੀਲਤਾ ਦੀ ਆਂਤਰਿਕ ਯੋਗਤਾ ਹੁੰਦੀ ਹੈ ਜਿਹਦੇ ਨਾਲ ਬੱਚਾ ਆਉਂਦਾ ਹੈ ਫਿਰ ਹੀ ਕੀ ਕਹਿ ਲਓ ਵੀ ਉਹ ਜਿਹੜੇ ਭਾਸ਼ਾ ਹੈ ਉਹਨੂੰ ਬੋਲਦਾ ਹੈ। ਠੀਕ ਹੈ ਨਾ ਜੀ। ਸੋ ਮਤਲਬ ਕਿ ਇਹਦੇ ਵਿੱਚ ਕੀ ਹੈ ਜੀ, ਇਹਦਾ ਜਿਹੜਾ ਤੁਹਾਡਾ ਸਹੀ ਜਵਾਬ ਹੈ ਉਹ ਹੈ ਗ੍ਰਹਿਣਸ਼ੀਲਤਾ। ਕੀ ਹੈ ਜੀ, ਜਿਹੜੇ ਨੋਮ ਚੋਮਸਕੀ ਹੈ ਉਹਨਾਂ ਦਾ ਕੀ ਮੰਨਣਾ ਹੈ ਕਿ ਭਾਸ਼ਾ ਲਈ ਬੱਚਿਆਂ ਕੋਲ ਡੈਸ਼ ਦੀ ਜਿਹੜੀ ਆਂਤਰਿਕ ਯੋਗਤਾ ਹੁੰਦੀ ਹੈ ਉਹ ਕੀ ਹੈ ਜੀ, ਉਹ ਗ੍ਰਹਿਣਸ਼ੀਲਤਾ ਹੈ। ਸੋ ਹੁਣ ਆਪਾਂ ਵੇਖਦੇ ਹਾਂ ਅਗਲੇ ਪ੍ਰਸ਼ਨ ਨੂੰ। ਉਮੀਦ ਕਰਦਾ ਇਹ ਵੀ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ। ਗ੍ਰਹਿਣਸ਼ੀਲਤਾ, ਠੀਕ ਹੈ ਨਾ ਜੀ, ਐਕਵਾਈਜੇਸ਼ਨ ਪਾਵਰ ਹੈ ਜਿਹੜੀ ਉਹ ਪਹਿਲਾਂ ਹੀ ਆਈਨੇਟ ਐਬਿਲਿਟੀਜ਼ ਕਹਿ ਦਿੰਦੇ ਆਪਾਂ ਇਹਨੂੰ, ਉਹ ਪਹਿਲਾਂ ਹੀ ਬੱਚਿਆਂ ਦੇ ਵਿੱਚ ਹੁੰਦੀਆਂ ਹੈਗੀਆਂ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਭਾਸ਼ਾਈ ਕੌਸ਼ਲਾਂ ਦੀ ਸਿੱਖਿਆ ਡੈਸ਼ ਰਾਹੀਂ ਦੇਣੀ ਚਾਹੀਦੀ ਹੈ। ਵੀ ਜਿਹੜੇ ਭਾਸ਼ਾਈ ਕੌਸ਼ਲ ਕੀ ਹੁੰਦੇ ਆ ਜੀ, ਲੈਂਗੁਏਜ ਸਕਿੱਲ। ਲੈਂਗੁਏਜ ਸਕਿੱਲ ਕਿਹੜੇ ਕਿਹੜੇ ਜੀ, LSRNW, ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ। ਇਹ ਜਿਹੜੇ ਲੈਂਗੁਏਜ ਜਿਹੜੇ 4 ਸਕਿੱਲਸ ਹੁੰਦੇ ਨੇ, ਠੀਕ ਹੈ ਨਾ ਜੀ। ਸੋ ਇਹ ਜਿਹੜੇ 4 ਸਕਿੱਲਸ ਨੇ ਇਹ ਬੱਚਿਆਂ ਨੂੰ ਕਿਹਦੇ ਰਾਹੀਂ ਦੇਣੀ ਚਾਹੀਦੀ ਹੈ, ਅਨੁਸਰਨ ਨਾਲ ਦੇਣੀ ਚਾਹੀਦੀ ਹੈ, ਵਿਅਕਤੀਗਤ ਇਕੱਲ ਨਾਲ ਦੇਣੀ ਚਾਹੀਦੀ ਹੈ, ਵਿਆਖਿਆਨ ਨਾਲ ਦੇਣੀ ਚਾਹੀਦੀ ਹੈ, ਜਾਂ ਫਿਰ ਸੰਗਠਿਤ ਢੰਗ ਨਾਲ ਦੇਣੀ ਚਾਹੀਦੀ ਹੈ। ਜਦੋਂ ਮੈਂ ਆ ਵਰਡ ਲਿਖਤਾ ਨਾ, ਆ ਜਿਹੜੇ 4 ਤੁਹਾਨੂੰ ਅੱਖਰ ਵਿਖ ਰਹੇ ਆ, ਸੋ ਤੁਹਾਨੂੰ ਇਹਦਾ ਜਵਾਬ ਤਾਂ ਵੀ ਪਤਾ ਲੱਗ ਹੀ ਗਿਆ ਹੋਏਗਾ। ਮੈਂ ਜੇ ਨਹੀਂ ਪਤਾ ਲੱਗਿਆ ਮੈਂ ਫਿਰ ਵੀ ਦੱਸ ਦਿੰਨਾ ਤੇ ਵੇਖਦੇ ਆ ਇਹਦਾ ਜਿਹੜਾ ਸਹੀ ਜਵਾਬ ਹੋਏਗਾ। ਮੈਂ ਤੁਹਾਨੂੰ ਸਿੱਧਾ ਜਵਾਬ ਹੀ ਦਊਂਗਾ। ਇਹਦਾ ਜਵਾਬ ਹੋਏਗਾ ਸੰਗਠਿਤ ਢੰਗ ਨਾਲ। ਸੰਗਠਿਤ ਢੰਗ ਨਾਲ ਕਿਵੇਂ ਹੋਏਗਾ ਇਹਦੇ ਬਾਰੇ ਵੀ ਆਪਾਂ ਗੱਲ ਕਰ ਲੈਂਦੇ ਆ। ਜਦੋਂ ਬੱਚਿਆਂ ਨੂੰ ਆਪਾਂ ਲੈਂਗੁਏਜ ਸਕਿੱਲ ਬਾਰੇ ਦੱਸਦੇ ਆ, ਸੋ ਆਪਾਂ ਉਹਨੂੰ ਪਹਿਲਾਂ ਤਾਂ ਬੱਚਾ ਕੀ ਕਰਦਾ ਹੈ, ਪਹਿਲਾਂ ਸੁਣਦਾ ਹੀ ਹੈ ਨਾ ਕਿ ਜਦੋਂ ਬੱਚਾ ਜਨਮ ਲੈਂਦਾ ਹੈ ਵੀ ਹਨਾ, ਛੋਟਾ ਹੁੰਦਾ ਵੀ ਉਹ ਕੁਝ ਜਿਹੜੇ ਸ਼ਬਦ ਹੈ ਉਹਦੇ ਪਹਿਲਾਂ ਮਾਪਿਓ ਉਹਨੂੰ ਕੀ ਕਰਦੇ ਆ ਵੀ ਕੁਝ ਸ਼ਬਦ ਬੋਲਦੇ ਆ, ਉਹਦਾ ਨਾਮ ਲੈਂਦੇ ਆ, ਠੀਕ ਹੈ ਨਾ। ਉਹਨੂੰ ਫਿਰ ਕਹਿੰਦੇ ਆ ਕਿ ਹਾਂ ਬੱਚਾ ਪਾਣੀ ਪੀਣਾ, ਜਾਂ ਫਿਰ ਕੋਈ ਹੋਰ ਵੀ ਜਿਹੜੀਆਂ ਗੱਲਾਂ ਹੁੰਦੀਆਂ ਆਪਾਂ ਉਹਨੂੰ ਕਰਦੇ ਆ। ਬੱਚੇ ਨੂੰ ਕੁਝ ਸਮਝ ਨਹੀਂ ਆ ਰਿਹਾ ਹੁੰਦਾ, ਹੌਲੀ ਹੌਲੀ ਉਹ ਸਮਝਣਾ ਸ਼ੁਰੂ ਕਰਦਾ ਮਤਲਬ ਕਿ ਕੁਝ ਟਾਈਮ ਬਾਅਦ। ਮਤਲਬ ਇਹ ਕਿ ਪਹਿਲਾਂ ਬੱਚਾ ਲਿਸਨਿੰਗ ਕਰਦਾ, ਠੀਕ ਹੈ ਨਾ ਜੀ। ਪਹਿਲਾਂ ਬੱਚਾ ਕੀ ਕਰਦਾ ਹੈ, ਲਿਸਨਿੰਗ ਕਰਦਾ ਹੈ, ਉਸ ਤੋਂ ਬਾਅਦ ਕਰਦਾ ਹੈ ਸਪੀਕਿੰਗ, ਉਸ ਤੋਂ ਬਾਅਦ ਕੀ ਕਰਦਾ ਹੈ, ਰੀਡਿੰਗ, ਉਸ ਤੋਂ ਬਾਅਦ ਕਰਦਾ ਹੈ ਰਾਈਟਿੰਗ। ਮਤਲਬ ਇਹ ਸੰਗਠਿਤ ਢੰਗ ਨਾਲ, ਆਰਗੇਨਾਈਜ਼ਡ ਵੇ ਨਾਲ। ਆਰਗੇਨਾਈਜ਼ਡ ਵੇ ਹੀ ਹੈ ਨਾ ਵੀ ਪਹਿਲਾਂ ਇਹ ਤਾਂ ਨਹੀਂ ਕਿ ਲਿਸਨਿੰਗ ਕਰਨ ਤੋਂ ਬਾਅਦ ਫਿਰ ਉਹ ਰੀਡਿੰਗ ਕਰਨ ਲੱਗ ਜਾਂਦਾ। ਮਤਲਬ ਇਹ ਕਿ ਇਹਦਾ ਜਿਹੜਾ ਸਹੀ ਜਵਾਬ ਹੈ ਵੀ ਜਦੋਂ ਆਪਾਂ ਭਾਸ਼ਾ ਦੇ ਵਿੱਚ ਵੀ ਬੱਚਿਆਂ ਨੂੰ ਜਦੋਂ ਆਪਾਂ ਭਾਸ਼ਾ ਕੌਸ਼ਲਾਂ ਦੀ ਸਿਖਲਾਈ ਦਿੰਨੇ ਆ, ਸਕਿੱਲ ਨੂੰ ਆਪਾਂ ਇਸੇ ਰਾਹੀਂ ਹੀ ਦਿੰਨੇ ਆ, ਇਸੇ ਰਾਹੀਂ ਹੀ ਦੇਣੀ ਚਾਹੀਦੀ ਹੈ। ਕੀ ਲਿਖਿਆ ਹੋਇਆ ਤੇ ਵੀ ਭਾਸ਼ਾਈ ਕੌਸ਼ਲਾਂ ਦੀ ਜਿਹੜੀ ਸਿੱਖਿਆ ਹੈ ਡੈਸ਼ ਰਾਹੀਂ ਦੇਣੀ ਚਾਹੀਦੀ ਹੈ, ਸੰਗਠਿਤ ਢੰਗ ਨਾਲ, ਆਰਗੇਨਾਈਜ਼ਡ ਵੇ। ਸੰਗਠਿਤ ਕੀ ਹੁੰਦਾ ਜੀ, ਆਰਗੇਨਾਈਜ਼ਡ ਢੰਗ ਹੋ ਗਿਆ ਵੇ। ਆਰਗੇਨਾਈਜ਼ਡ ਵੇ ਨਾਲ ਆਪਾਂ ਨੂੰ ਜਿਹੜੀ ਲੈਂਗੁਏਜ ਜਿਹੜੀ ਸਕਿੱਲਸ ਹੈ ਉਹ ਬੱਚਿਆਂ ਨੂੰ ਦੇਣੀ ਚਾਹੀਦੀ ਹੈ। ਚੱਲਦੇ ਹਾਂ ਅੱਜ ਦੇ ਆਪਣੇ 10ਵੇਂ ਪ੍ਰਸ਼ਨ ਤੇ। ਜਿਹੜਾ 10th ਪ੍ਰਸ਼ਨ ਹੈ ਇਹਦੇ ਵਿੱਚ ਕੀ ਪੁੱਛਿਆ ਜਾ ਰਿਹਾ ਜੀ, ਇੱਕ ਅਧਿਆਪਕ ਜਿਹੜੇ ਸਿਖਿਆਰਥੀ ਹੈਗੇ ਆ, ਇੱਕ ਅਧਿਆਪਕ ਜਿਹੜੇ ਸਿਖਿਆਰਥੀ ਹੈਗੇ ਆ, ਸਿਖਿਆਰਥੀ ਨੂੰ ਚਿੱਤਰਕਾਰੀ ਦੇ ਰੰਗ ਭਰਨ ਲਈ ਪ੍ਰੇਰਿਤ ਕਰ ਰਿਹਾ ਹੈ। ਮੰਨ ਲਓ ਮੈਂ ਤੁਹਾਨੂੰ ਕਲਾਸ ਦੇ ਵਿੱਚ ਬੱਚਿਆਂ ਨੂੰ ਕੀ ਕਰ ਰਿਹਾ ਜੀ, ਉਹਨਾਂ ਨੂੰ ਜਿਹੜੀ ਪੇਂਟਿੰਗਸ ਹੈਗੀਆਂ ਨਾ, ਪੇਂਟਿੰਗਸ ਬਣੀਆਂ ਹੋਈਆਂ, ਮੈਂ ਉਹਨਾਂ ਨੂੰ ਕਹਿ ਰਿਹਾ ਕਿ ਹੁਣ ਇਹਦੇ ਵਿੱਚ ਚੇਂਜ ਕਰੋ, ਇਹਦੇ ਵਿੱਚੋਂ ਰੰਗ ਭਰੋ। ਮੈਂ ਉਹਨਾਂ ਨੂੰ ਐਨਕਰੇਜ ਕਰਨਾ ਕਿ ਇਹਦੇ ਵਿੱਚ ਰੰਗ ਭਰੋ। ਸੋ ਮੈਂ ਇਹ ਜਿਹੜਾ ਰੰਗ ਭਰਨ ਲਈ ਕਹਿ ਰਿਹਾ, ਇਹਦਾ ਮੇਨ ਆਬਜੈਕਟਿਵ ਕੀ ਹੋ ਸਕਦਾ, ਐਜ਼ ਅ ਟੀਚਰ ਮੈਂ ਉਹਨਾਂ ਨੂੰ ਇਹ ਕੰਮ ਕਿਉਂ ਕਰਨ ਲਈ ਕਹਿ ਰਿਹਾ। ਸੋ ਵੇਖਦੇ ਆ ਇਹਨਾਂ ਦੇ ਆਬਜੈਕਟਿਵ ਜਿਹੜੇ ਹੈਗੇ ਆ, ਇਹਨਾਂ ਦੇ ਵਿੱਚ ਪੜ੍ਹ ਕੇ ਵੇਖਦੇ ਆ ਕੀ ਜਵਾਬ ਹੋਏਗਾ ਜੀ। ਜਮਾਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ ਸਿਖਿਆਰਥੀਆਂ ਨੂੰ ਪ੍ਰੇਰਿਤ ਕਰ ਰਿਹਾ ਹੈ ਕਿ ਜਿਹੜਾ ਵੀ ਮੈਂ ਇਸ ਲਈ ਇਹ ਕੰਮ ਦਿੱਤਾ ਹੈ ਕਿ ਬੱਚੇ ਕਲਾਸ ਦੇ ਵਿੱਚ ਰੌਲਾ ਨਾ ਪਾਉਣ, ਕਿ ਮੈਂ ਇਸ ਲਈ ਕੰਮ ਦਿੱਤਾ ਹੈ। ਜਾਂ ਫਿਰ ਆਪਸ਼ਨ ਨੰਬਰ 2, ਚੰਗੀ ਮੋਟਰ ਸਕਿੱਲ ਵਿਕਸਿਤ ਕਰ ਰਿਹਾ ਹੈ। ਚੰਗੀ ਮੋਟਰ ਸਕਿੱਲ ਕੀ ਹੁੰਦੀ ਹੈ ਜੀ, ਫਾਈਨ ਮੋਟਰ ਸਕਿੱਲ ਹੈ ਜਿਹੜੀ ਉਹ ਡਿਵੈਲਪ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਜਾਂ ਫਿਰ ਆਪਸ਼ਨ ਨੰਬਰ 3, ਇਹ ਬੱਚਿਆਂ ਦੀ ਨਵੀਂ ਜਿਹੜੀ ਪਨੀਰੀ ਹੈ, ਜਿਹੜੇ ਨਵੇਂ ਬੱਚੇ ਹੈਗੇ ਆ ਉਹਦੇ ਵਿੱਚ ਆਪਾਂ ਕੀ ਕਰ ਰਹੇ ਹਾਂ ਜੀ, ਕਲਾਕਾਰਾਂ ਨੂੰ ਥਾਂ ਦੇ ਰਹੇ ਹਾਂ। ਕੀ ਆਪਾਂ ਇਹ ਗੱਲ ਕਰ ਰਹੇ ਹਾਂ। ਜਾਂ ਫਿਰ ਆਪਸ਼ਨ ਨੰਬਰ 4, ਵਿਦਿਆਰਥੀਆਂ ਨੂੰ ਇੱਕ ਕਾਰਜ ਵਿੱਚ ਲਗਾ ਰਿਹਾ ਹੈ। ਵੀ ਬੱਚਿਆਂ ਨੂੰ ਕੀ ਕਰ ਰਿਹਾ ਜੀ, ਐਜ਼ ਅ ਟੀਚਰ ਮੈਂ ਉਹਨਾਂ ਨੂੰ ਇੱਕ ਕੰਮ ਦੇ ਰਿਹਾ ਬਸ, ਠੀਕ ਹੈ ਨਾ ਜੀ, ਇੱਕ ਕਾਰਜ ਵਿੱਚ ਲਗਾ ਰਿਹਾ ਮੈਂ। ਸੋ ਇੱਥੇ ਦੱਸੋ ਇਹਦਾ ਜਿਹੜਾ ਸਹੀ ਜਵਾਬ ਹੈ ਜੀ ਉਹ ਕੀ ਹੋਏਗਾ। ਆਪਸ਼ਨ ਨੰਬਰ 3 ਹੋ ਸਕਦਾ ਹੈ। ਜੇਕਰ ਤੁਸੀਂ ਆਪਸ਼ਨ ਨੰਬਰ 3 ਨੂੰ ਲਗਾਇਆ ਤਾਂ 1 ਨੰਬਰ ਕੱਟ ਲਿਓ, ਕਿਉਂਕਿ ਇਹ ਜਿਹੜਾ ਜਵਾਬ ਹੈ ਜੀ ਉਹ ਗਲਤ ਹੈ। ਕਿਉਂ ਗਲਤ ਹੈ, ਕਿਉਂਕਿ ਬੱਚਿਆਂ ਨੂੰ ਆਪਾਂ ਕਲਾਕਾਰੀ ਦੀ ਥਾਂ ਤਾਂ ਦੇਣੀ ਆ। ਮਤਲਬ ਕਿ ਇਹ ਤਾਂ ਚਲੋ ਠੀਕ ਹੈ, ਮਤਲਬ ਬਟ ਆਪਾਂ ਇੱਥੇ ਜਿਹੜਾ ਮੇਨ ਜਿਹੜਾ ਆਬਜੈਕਟਿਵ ਹੈ ਨਾ, ਕਿਉਂਕਿ ਬੱਚਾ ਹਜੇ ਛੋਟਾ ਹੈ, ਠੀਕ ਹੈ ਨਾ ਜੀ, ਜਿਹੜਾ ਬੱਚਾ ਹੈ ਉਹ ਛੋਟਾ ਹੈ। ਤੇ ਨਾਲੇ ਮੈਂ ਇਹ ਦੱਸਦਾ ਤੁਹਾਨੂੰ, ਇਹ ਜਿਹੜਾ ਪੇਪਰ 1 ਹੈ ਨਾ, ਮੈਂ ਉਹਦੇ ਵਿੱਚੋਂ ਦੀ ਇਹ ਪ੍ਰਸ਼ਨ ਕੱਢਿਆ ਹੋਇਆ। ਮਤਲਬ ਇਹ ਕਿ ਜਿਹੜਾ ਪੇਪਰ 1 ਸੀ ਉਹਦੇ ਵਿੱਚੋਂ ਇਹ ਪ੍ਰਸ਼ਨ ਮੈਂ ਮਤਲਬ ਕਿ ਕੱਟ ਕੀਤਾ ਹੋਇਆ। ਸੋ ਮਤਲਬ ਇਹ ਕਿ ਜਿਹੜਾ ਬੱਚਾ ਛੋਟਾ ਹੈ ਉਹਦੀ ਆਪਾਂ ਮੋਟਰ ਸਕਿੱਲ ਹੈ ਨਾ ਜਿਹੜੀ ਉਹ ਡਿਵੈਲਪ ਕਰਨੀ ਹੁੰਦੀ ਆ ਮੇਨ, ਠੀਕ ਹੈ ਨਾ ਜੀ। ਜਿਹੜੀ ਬੱਚੇ ਦੀ ਮੋਟਰ ਸਕਿੱਲ ਹੈ ਉਹ ਡਿਵੈਲਪ ਕਰਨੀ ਹੁੰਦੀ ਆ। ਮੋਟਰ ਸਕਿੱਲ ਕਿਹੜੀ, ਫਾਈਨ ਮੋਟਰ ਸਕਿੱਲ। ਫਾਈਨ ਮੋਟਰ ਸਕਿੱਲ ਤੋਂ ਭਾਵ ਹੈ ਕਿ ਜਿਹੜੇ ਬੱਚੇ ਦੇ ਲਿਖਣ ਦੀ ਜਿਹੜੀ ਸ਼ਕਤੀ ਹੈ ਨਾ, ਜਿਹੜੇ ਕਿ ਲਿਖਣ ਦੇ ਮੰਨ ਲਓ ਕਿ ਹੈ ਨਾ ਕੋਈ ਕੰਮ ਜਿਹੜਾ ਬਰੀਕੀ ਵਾਲਾ ਹੁੰਦਾ, ਲਿਖਣ ਦਾ ਜਿਹੜਾ ਕੰਮ ਹੁੰਦਾ, ਉਹ ਸਾਰੇ ਹੀ ਫਾਈਨ ਮੋਟਰ ਸਕਿੱਲ ਦੇ ਵਿੱਚ ਆਉਂਦੇ ਆ। ਸੋ ਬੱਚਿਆਂ ਦੀ ਆਪਾਂ ਉਹ ਜਿਹੜੀ ਕਹਿ ਲਓ ਨਾ ਸਕਿੱਲ ਹੈ ਉਹ ਡਿਵੈਲਪ ਕਰਨ ਲਈ ਆਪਾਂ ਜਿਹੜਾ ਕੰਮ ਹੈ ਜੀ ਉਹ ਕਰ ਰਹੇ ਹਾਂ। ਸੋ ਆਪਸ਼ਨ ਨੰਬਰ 2 ਕੀ ਹੋਏਗਾ ਜੀ, ਇਹ ਸਹੀ ਹੋਏਗਾ, ਠੀਕ ਹੈ ਜੀ।
ਆਪਸ਼ਨ ਨੰਬਰ 2 ਤੇ ਆਪਾਂ ਚੱਲਾਂਗੇ। ਬਟ ਜੇਕਰ ਆਪਸ਼ਨ ਨੰਬਰ ਹੈ ਨਾ ਆਪਸ਼ਨ ਨੰਬਰ 3 ਵੀ ਇਹਦਾ ਸਹੀ ਹੋ ਸਕਦਾ ਸੀ। ਕਿਵੇਂ ਸਹੀ ਹੋ ਸਕਦਾ ਸੀ? ਮੰਨ ਲਓ ਜੇਕਰ ਤੁਸੀਂ ਪੇਪਰ 2 ਦੇ ਰਹੇ ਹੋ ਹੈ ਨਾ 6ਵੀਂ ਤੋਂ ਲੈ ਕੇ 8ਵੀਂ ਤੱਕ ਵਾਲੇ ਦੇ ਵਿੱਚ, ਫਿਰ ਮੰਨ ਲਓ ਕਿ ਜਿਹੜਾ ਆਪਸ਼ਨ ਨੰਬਰ 3 ਹੈ ਇੱਥੇ ਆਪਸ਼ਨ ਨੰਬਰ 3 ਦਾ ਜਿਹੜਾ ਜਵਾਬ ਹੈ ਇਹ ਸਹੀ ਹੋ ਸਕਦਾ ਹੈ। ਕਿਉਂ? ਕਿਉਂਕਿ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਜਿਹੜੇ ਬੱਚੇ ਹੁੰਦੇ ਆ ਉਹ ਲਿਖਣਾ ਸਿੱਖ ਚੁੱਕੇ ਹੁੰਦੇ ਆ। ਸੋ ਆਪਾਂ ਉਹਨਾਂ ਦੀ ਜਿਹੜੀ ਫਾਈਨ ਮੋਟਰ ਸਕਿੱਲ ਹੈ ਉਦੋਂ ਆਪਾਂ ਡਿਵੈਲਪ ਨਹੀਂ ਕਰਨੀ ਹੁੰਦੀ। ਮਤਲਬ ਕਿ ਠੀਕ ਆ ਉਹ ਕਾਫੀ ਹੱਦ ਤੱਕ ਡਿਵੈਲਪ ਹੋ ਚੁੱਕੀ ਹੁੰਦੀ ਆ। ਸੋ ਉੱਥੇ ਜਿਹੜਾ ਜਵਾਬ ਹੋਣਾ ਸੀ ਮਤਲਬ ਕਿ ਬੱਚਿਆਂ ਨੂੰ ਨਵੀਂ ਪਨੀਰੀ ਦੇ ਜਿਹੜੇ ਕਲਾਕਾਰ ਹੈਗੇ ਆ ਮਤਲਬ ਕਿ ਆਪਾਂ ਉਹਨਾਂ ਦਾ ਜਿਹੜਾ ਸਕਿੱਲ ਹੈ ਉਹ ਡਿਵੈਲਪ ਕਰਨੇ ਆ। ਠੀਕ ਹੈ ਨਾ ਜੀ, ਜਿਹੜੀ ਪੇਂਟਿੰਗ ਸਕਿੱਲ ਹੈ। ਬਟ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਆਪਸ਼ਨ ਨੰਬਰ 2। ਹੋਪ ਸੋ ਤੁਹਾਨੂੰ ਇਹ ਕੁਐਸਚਨ ਹੈ ਜੀ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਏਗਾ। ਇੱਥੇ ਤੁਸੀਂ ਲਗਾਉਣਾ ਹੈ ਆਪਸ਼ਨ ਨੰਬਰ 2 ਤੇ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਅਭਿਆਸ ਜ਼ੁਬਾਨੀ ਭਾਸ਼ਾ ਕੌਸ਼ਲ ਵਿਕਸਿਤ ਕਰਨ ਦੇ ਵਿੱਚ ਸਭ ਤੋਂ ਵੱਧ ਸਹਾਇਕ ਹੋਵੇਗਾ? ਵੀ ਹੇਠ ਲਿਖਿਆਂ ਵਿੱਚੋਂ ਸਾਰੇ ਹੀ ਆਪਸ਼ਨਾਂ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਹੈ ਤੇ ਕਿਹੜਾ ਜਿਹੜਾ ਅਭਿਆਸ ਹੈ ਕਿਹੜੀ ਜਿਹੜੀ ਐਕਸਰਸਾਈਜ਼ ਹੈ ਉਹ ਜ਼ੁਬਾਨੀ ਭਾਸ਼ਾ ਦੀ ਗੱਲ ਕੀਤੀ ਜਾ ਰਹੀ ਹੈ। ਮਤਲਬ ਜੋ ਤੁਸੀਂ ਓਰਲੀ ਬੋਲ ਰਹੇ ਹੋ, ਓਰਲੀ ਬੋਲਣ ਵਾਲੀ ਜਿਹੜੀ ਸਕਿੱਲ ਹੈ ਉਹਨੂੰ ਤੁਸੀਂ ਡਿਵੈਲਪ ਕਰਨਾ ਹੈ। ਸੋ ਇਹਦੇ ਵਿੱਚ ਸਾਰਿਆਂ ਨਾਲੋਂ ਵੱਧ ਜਿਹੜੀ ਹੈਲਪਫੁਲ ਹੈ ਜੀ ਉਹ ਕਿਹੜੀ ਗੱਲ ਹੈ ਜੀ ਹੋਣ ਵਾਲੀ ਹੈ? ਇਹਨਾਂ ਆਪਸ਼ਨਾਂ ਨੂੰ ਪੜ੍ਹੋ ਧਿਆਨ ਨਾਲ ਤੇ ਦੱਸੋ। ਵੇਖਦੇ ਹਾਂ ਵਿਅਕਤੀਗਤ ਅਤੇ ਸਮੂਹ ਵਿੱਚ ਕਵਿਤਾ ਦਾ ਗਾਇਨ। ਵੀ ਕੀ ਕਰਨਾ ਹੈ? ਵਿਅਕਤੀਗਤ ਅਤੇ ਸਮੂਹ ਦੇ ਵਿੱਚ ਵੀ ਆਪਾਂ ਮੇਨਲੀ ਇਹਨਾਂ ਨੇ ਸਮੂਹ ਦੀ ਗੱਲ ਕੀਤੀ ਹੈ ਕਿ ਸਮੂਹ ਦੇ ਵਿੱਚ ਆਪਾਂ ਕੀ ਕਰਾਂਗੇ ਜੀ ਕਵਿਤਾ ਨੂੰ ਨਾ ਗਾ ਕੇ ਸੁਣਾਵਾਂਗੇ। ਸੋ ਕੀ ਇਹਦੇ ਨਾਲ ਬੱਚਿਆਂ ਦੀ ਜਿਹੜੀ ਓਰਲ ਜਿਹੜੀ ਸਪੀਕਿੰਗ ਜਿਹੜੀ ਹੈ ਉਹ ਕਿਉਂ ਸੁਧਰ ਸਕਦੀ ਹੈ? ਜਾਂ ਫਿਰ ਆਪਸ਼ਨ ਨੰਬਰ 2 ਕਿਸੇ ਭੂਮਿਕਾ ਨੂੰ ਨਿਭਾਉਣ ਵਿੱਚ ਹਿੱਸਾ ਲੈਣਾ। ਜਿਵੇਂ ਰੋਲ ਪਲੇਇੰਗ ਨਹੀਂ ਹੁੰਦਾ ਜੀ, ਜਿਵੇਂ ਮੰਨ ਲਓ ਕਿ ਕੋਈ ਇੱਕ ਡਰਾਮਾ ਟਾਈਪ ਹੁੰਦਾ ਤੇ ਉਹਦੇ ਵਿੱਚ ਬੱਚਿਆਂ ਨੂੰ ਰੋਲ ਨਹੀਂ ਦਿੱਤਾ ਜਾਂਦਾ ਕਿ ਹਾਂ ਵੀ ਬੱਚਿਓ ਤੁਸੀਂ ਇਹਦਾ ਰੋਲ ਪਲੇ ਕਰਨਾ ਹੈ, ਤੁਸੀਂ ਇਹਦਾ ਰੋਲ ਪਲੇ ਕਰਨਾ ਹੈ। ਠੀਕ ਹੈ ਜੀ। ਜਾਂ ਫਿਰ ਆਪਸ਼ਨ ਨੰਬਰ 3 ਅਧਿਆਪਕ ਦੇ ਪਿੱਛੇ ਪਾਠ ਪੁਸਤਕ ਵਿਚਲੇ ਕਿਸੇ ਪਾਠ ਦਾ ਸਮੂਹਿਕ ਪੜ੍ਹਤ ਕਰਨਾ। ਕੀ ਇਹਦਾ ਇਹ ਜਵਾਬ ਹੋਏਗਾ? ਜਾਂ ਫਿਰ ਆਪਸ਼ਨ ਨੰਬਰ 4 ਅਧਿਆਪਕ ਦੇ ਪਿੱਛੇ ਸਮੂਹਕ ਰੂਪ ਵਿੱਚ ਸ਼ਬਦਾਂ ਦੇ ਸ਼ੁੱਧ ਉਚਾਰਨ ਦਾ ਅਭਿਆਸ ਕਰਨਾ। ਸੋ ਇੱਥੇ ਜਿਹੜਾ ਜਵਾਬ ਹੈ ਜੀ ਉਹ ਕੀ ਸਹੀ ਹੋਏਗਾ? ਇੱਥੇ ਦਾ ਮਤਲਬ 4th ਆਪਸ਼ਨ ਦੇ ਵਿੱਚ ਕਿਹਾ ਜਾ ਰਿਹਾ ਕਿ ਅਧਿਆਪਕ ਜੋ ਕੁਝ ਬੋਲੇਗਾ ਉਹਦੇ ਨਾਲ ਜਿਵੇਂ ਕਿ ਕੋਈ ਮੈਂ ਲੈਸਨ ਪੜ੍ਹ ਕੇ ਸੁਣਾ ਰਿਹਾ, ਲੈਸਨ ਪੜ੍ਹਨ ਦੇ ਨਾਲ ਜਿਹੜੇ ਬਾਕੀ ਦੇ ਜਿਹੜੇ ਬੱਚੇ ਹੋਣਗੇ ਉਹ ਵੀ ਮਗਰ ਬੋਲ ਰਿਹਾ ਜੀ ਨਾਲ। ਠੀਕ ਹੈ, ਜੋ ਕੁਝ ਮੈਂ ਬੋਲਿਆ। ਸੋ ਕੀ ਇਹਦਾ ਜਵਾਬ ਇਹ ਹੋ ਸਕਦਾ ਹੈ? ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਇਹਦੇ ਨਾਲ ਜੇ ਆਪਾਂ ਚਲੀਏ ਤੇ ਇਹਦਾ ਜਿਹੜਾ ਸਹੀ ਜਵਾਬ ਕੀ ਹੋਏਗਾ? ਆਪਾਂ ਮੇਨਲੀ ਜੇ ਕੁਐਸਚਨ ਨੂੰ ਸਮਝੇ ਇੱਥੇ ਕੀ ਗੱਲ ਕੀਤੀ ਗਈ ਹੈ ਵੀ ਕਿਹੜਾ ਅਭਿਆਸ ਜ਼ੁਬਾਨੀ ਭਾਸ਼ਾ ਕੌਸ਼ਲ ਮਤਲਬ ਕਿ ਓਰਲ ਜਿਹੜੀ ਉਹਦੀ ਲੈਂਗੁਏਜ ਹੈ ਜਿਹੜੀ ਬੋਲਣ ਵਾਲੀ ਜਿਹੜੀ ਭਾਸ਼ਾ ਹੈ ਉਹਨੂੰ ਆਪਾਂ ਵਿਕਸਿਤ ਕਰਾਂਗੇ। ਕਿਵੇਂ ਕਰ ਸਕਦੇ ਹਾਂ? ਜੇਕਰ ਬੱਚਾ ਕੱਲਾ ਬੋਲੇਗਾ। ਕੱਲਾ ਕਿੱਥੇ ਬੋਲੇਗਾ? ਜਿੱਥੇ ਰੋਲ ਪਲੇਇੰਗ ਹੋਏਗੀ। ਮਤਲਬ ਕਿ ਕਿਸੇ ਭੂਮਿਕਾ ਨੂੰ ਨਿਭਾਉਣ ਲਈ ਜਦੋਂ ਉਹਨੂੰ ਹਿੱਸਾ ਦਿੱਤਾ ਜਾਏਗਾ ਸੋ ਕੱਲਾ ਪ੍ਰਿਪੇਅਰ ਕਰਕੇ ਆਏਗਾ, ਫਿਰ ਬਾਕੀ ਬੱਚਿਆਂ ਨਾਲ ਸਟੇਜ ਤੇ ਇੰਟਰੈਕਟ ਕਰੇਗਾ, ਆਪਦਾ ਰੋਲ ਚੰਗੀ ਤਰ੍ਹਾਂ ਪਲੇ ਕਰੇਗਾ। ਸੋ ਇਹਦੇ ਨਾਲ ਕੀ ਹੋਏਗਾ ਜੀ ਇਹਦੀ ਜਿਹੜੀ ਜ਼ੁਬਾਨੀ ਭਾਸ਼ਾ ਹੈ ਉਹ ਵਿਕਸਿਤ ਹੋਏਗੀ। ਹੁਣ ਤੁਸੀਂ ਕਹੋਗੇ ਕਿ ਸਰ ਬਾਕੀ ਤਿੰਨਾਂ ਦੇ ਵਿੱਚ ਵੀ ਤਾਂ ਬੋਲ ਹੀ ਰਿਹਾ ਨਾ ਉਹ, ਬਟ ਬਾਕੀ ਤਿੰਨਾਂ ਦੇ ਵਿੱਚ ਇਹ ਤਾਂ ਵੇਖੋ ਨਾ ਕਿ ਇੱਥੇ ਸਮੂਹ ਦੀ ਗੱਲ ਕੀਤੀ ਗਈ ਹੈ। ਮੰਨ ਲਓ ਵੀ ਤੁਸੀਂ ਕਲਾਸ ਦੇ ਵਿੱਚ ਕਹਿ ਰਹੇ ਹੋ ਕਿ ਹਾਂ ਵੀ ਬੱਚਿਓ ਤੁਸੀਂ ਆ ਸ਼ਬਦ ਬੋਲੋ ਜਾਂ ਫਿਰ ਮੇਰੇ ਮਗਰ ਬੋਲੋ। ਹੁਣ ਕੀ ਪਤਾ ਕੁਝ ਇਹੋ ਜਿਹੇ ਸਲੋ ਲਰਨਰ ਹੋਣਗੇ ਜਿਹੜੇ ਕਿ ਮਤਲਬ ਕਿ ਉਹਨਾਂ ਨੂੰ ਉਹ ਬਸ ਵੈਸੇ ਹੀ ਮੂੰਹ ਚਲਾ ਰਹੇ ਆ, ਮਤਲਬ ਹੈ ਨਾ ਤੁਹਾਨੂੰ ਐਜ਼ ਆ ਨਾ ਕਿ ਲਿਪਸਿੰਗ ਕਰਕੇ ਵਿਖਾ ਰਹੇ ਆ ਕਿ ਠੀਕ ਆ ਵੀ ਆਪਾਂ ਨਾਲ ਬੋਲਦਾ ਬਟ ਉਹ ਬੋਲ ਨਹੀਂ ਰਹੇ। ਠੀਕ ਹੈ ਨਾ ਜੀ। ਇਹਦੇ ਨਾਲ ਹੀ ਆਪਸ਼ਨ ਨੰਬਰ 3 ਦੇ ਨਾਲ 4 ਵੀ ਇਹਦੇ ਵਿੱਚ ਵੀ ਮਤਲਬ ਕਿ ਸੇਮ ਗੱਲ ਹੀ ਕੀਤੀ ਗਈ ਹੈ ਕਿ ਪਿੱਛੇ ਜਿਹੜੇ ਸਮੂਹਕ ਰੂਪ ਵਿੱਚ ਬੋਲ ਰਹੇ ਆਪਾਂ ਨੂੰ ਕੱਲੇ ਬੱਚੇ ਦਾ ਨਹੀਂ ਪਤਾ, ਬਟ ਰੋਲ ਪਲੇਇੰਗ ਦੇ ਵਿੱਚ ਆਪਾਂ ਨੂੰ ਕੱਲੇ ਬੱਚੇ ਦਾ ਪਤਾ ਲੱਗੇਗਾ ਕਿ ਬੱਚਾ ਕੀ ਬੋਲ ਰਿਹਾ। ਸੋ ਆਪਸ਼ਨ ਨੰਬਰ 2 ਕੀ ਹੈ ਜੀ? ਇਹ ਤੁਹਾਡਾ ਸਹੀ ਜਵਾਬ ਹੈ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਤੀਜੀ ਜਮਾਤ ਦਾ ਇੱਕ ਅਧਿਆਪਕ ਵਿਦਿਆਰਥੀਆਂ ਨੂੰ ਅਧਿਆਇ ਵਿੱਚ ਦਿੱਤੀ ਕਹਾਣੀ ਦੇ ਯੋਗ ਕਰਮ ਅਨੁਸਾਰ ਤਰਤੀਬ ਦੇਣ ਲਈ ਕਹਿੰਦਾ ਹੈ। ਇਹ ਕਾਰਜ ਡੈਸ਼ ਵਿੱਚ ਮਦਦਗਾਰ ਹੋਵੇਗਾ। ਤੀਜੀ ਜਮਾਤ ਦਾ ਕੀ ਹੈ ਜੀ? ਇੱਕ ਅਧਿਆਪਕ ਹੈ, ਉਹ ਕੀ ਕਹਿ ਰਿਹਾ? ਵਿਦਿਆਰਥੀਆਂ ਨੂੰ ਇੱਕ ਜਿਹੜਾ ਲੈਸਨ ਹੈ ਉਹਦੇ ਵਿੱਚ ਜਿਹੜੀ ਕਹਾਣੀ ਦਿੱਤੀ ਹੋਈ ਹੈ, ਠੀਕ ਹੈ ਨਾ, ਉਹਨੂੰ ਉਲਟ ਪੁਲਟ ਕਰਕੇ ਉਹਨੇ ਲਿਖ ਦਿੱਤਾ। ਹੁਣ ਉਹਨੇ ਕਿਹਾ ਕਿ ਇੰਜ ਕਰੋ ਇਹਨੂੰ ਨਾ ਲਾਈਨ ਵਾਈਜ਼, ਮੰਨ ਲਓ ਕਿ ਕੋਈ 10 ਲਾਈਨਾਂ ਦੀ ਕਹਾਣੀ ਸੀਗੀ ਹੈ ਨਾ, ਜਿਵੇਂ ਕਿ ਇੱਕ ਤਿਹਾਇਆ ਕਾਇਆ ਥਸਟੀ ਕਰੋ ਦੀ ਤੁਸੀਂ ਕਹਾਣੀ ਸੁਣੀ ਹੋਏਗੀ। ਮੰਨ ਲਓ ਕਿ ਉਹ ਕਹਾਣੀ ਹੈ, ਉਹਦੇ ਵਿੱਚ ਕੀ ਕੀਤਾ ਵੀ ਉਹ 10 ਲਾਈਨਾਂ ਦੀ ਕਹਾਣੀ ਸੀਗੀ। ਠੀਕ ਹੈ ਜੀ। ਉਹ 10 ਲਾਈਨਾਂ ਦੀ ਕਹਾਣੀ ਨੂੰ ਉਹਨੇ ਕੀ ਕੀਤਾ ਵੀ ਉਲਟ ਪੁਲਟ ਕਰਕੇ ਲਿਖਤਾ। ਹੁਣ ਉਹਨਾਂ ਨੂੰ ਕਿਹਾ ਕਿ ਤੁਸੀਂ ਇੰਜ ਕਰੋ ਵੀ ਤੁਸੀਂ ਨਾ ਇਹਨੂੰ ਲਾਈਨ ਵਾਈਜ਼ ਵੀ ਰੈਂਕਿੰਗ ਵਾਈਜ਼ ਤੁਸੀਂ ਨਾ ਇਹਨਾਂ ਨੂੰ ਨਾ ਤਰਤੀਬ ਦੇ ਵਿੱਚ ਲਗਾ ਕੇ ਵਿਖਾਓ ਮੈਨੂੰ। ਸੋ ਜਿਹੜਾ ਤੁਸੀਂ ਕੰਮ ਦਿੱਤਾ ਹੈ ਉਹ ਕਿਹੜੇ ਕੰਮ ਦੇ ਵਿੱਚ ਮਦਦਗਾਰ ਹੋਏਗਾ ਬੱਚਿਆਂ ਦੀ, ਮਤਲਬ ਕਿ ਕਿਹੜੀ ਸਕਿੱਲ ਜਿਹੜੀ ਹੈ ਉਹ ਡਿਵੈਲਪ ਹੋਏਗੀ? ਆਪਸ਼ਨ ਨੰਬਰ 1 ਸੂਝ-ਬੂਝ ਨਾਲ ਪੜਨ ਦੀ, ਜਾਂ ਫਿਰ ਬੁੱਧੀ ਸੰਗਤ ਇਨਪੁਟ, ਜਾਂ ਫਿਰ ਉਹਨਾਂ ਦਾ ਲੇਖਣ ਕੌਸ਼ਲ ਵਧਾਉਣਾ, ਜਾਂ ਫਿਰ ਵਿਦਿਆਰਥੀਆਂ ਦੇ ਗੱਲਬਾਤ ਦੇ ਸਮੇਂ ਉਹਨਾਂ ਨੂੰ ਵਧਾਉਣਾ। ਵੀ ਮਤਲਬ ਇਹ ਇੱਥੇ ਤਾਂ ਗੱਲਬਾਤ ਦੀ ਕੋਈ ਗੱਲ ਕੀਤੀ ਨਹੀਂ ਜਾ ਰਹੀ, ਬੱਚਾ ਇੱਥੇ ਦਿਮਾਗ ਲਗਾਏਗਾ। ਠੀਕ ਹੈ ਜੀ। ਆਪਸ਼ਨ ਨੰਬਰ 4 ਤਾਂ ਗਲਤ ਹੋ ਗਿਆ। ਆਪਸ਼ਨ ਨੰਬਰ ਜੇ ਆਪਾਂ 3 ਨੂੰ ਵੇਖੀਏ ਵੀ ਲਿਖਣ ਦੀ ਕੌਸ਼ਲ ਦੀ ਗੱਲ ਕਿੱਥੋਂ ਆ ਗਈ? ਬੱਚਾ ਤਾਂ ਇੱਥੇ ਦਿਮਾਗ ਲਗਾ ਕੇ ਲਿਖੇਗਾ ਨਾ।
सो इत्थे लिखण दा कौशल वधाउण दा अपना मतलब कि कोई मेन ऑब्जेक्टिव है नहीं। ऑप्शन नंबर 3 गलत हो गया जी। बुद्धि संगत इनपुट भी है नहीं, बट जे आपां गल करिए कि सूझबूझ नाल पढ़न, क्योंकि बच्चा जदों भी वो स्टोरी पढ़ेगा, ठीक है ना, मतलब कि वो 10 लाइनां ने उलट पुलट पढ़ लईआं, सो वो एक अंदाजा तो लगा सकदा ने भी की कुछ होया होएगा। सो इहदे नाल जिहड़ा बच्चा है वो सूझबूझ नाल जिहड़ी पढ़न दी जिहड़ी स्किल है भी मतलब कि ये जिहड़ा काम है ਉਹਦੇ ਦੁਆਰਾ ਕੀਤਾ ਜਾ ਰਿਹਾ, ठीक है ना जी। सो ऑप्शन नंबर फर्स्ट की है जी, ये ਤੁਹਾਡਾ सही जवाब है। ਇਹਦੇ ਵਿੱਚ ਇਹ ਕਾਰਜ सूझबूझ नाल पढ़न ਵਿੱਚ ਜਿਹੜਾ मददगार ਹੋਏਗਾ। चलते हैं अगले प्रश्न ते। अगला जिहड़ा प्रश्न है, दूजी जमात दी एक अध्यापक ने जमात दे कमरे विच वस्तां उपर ना लिख के रखे हन, इस नाल विद्यार्थियों की एक असली वस्तु नूं लिखती शब्द नाल मिलान करन विच मदद मिलेगी। इस कार्य राही विद्यार्थियों नूं उन्हां दी डैश समृद्ध करन दे विच भी सहायता मिलेगी। मैं क्वेश्चन दोबारा पढ़ देना। दूजी जमात दे विच एक अध्यापक है जी, उन्हें की कीता, उन्हें ना क्लास दे विच ਜਿਹੜੀਆਂ ਕੁਝ ਵਸਤਾਂ ਹੈਗੀਆਂ, ਕੁਝ ਕਮੋਡਿਟੀਜ਼ ਹੈਗੀਆਂ, ਠੀਕ ਹੈ ਨਾ ਜੀ, ਉਹਦੇ ਉੱਤੇ ਨਾ ਉਹਨਾਂ ਦਾ ਨਾਮ ਲਿਖ ਦਿੱਤਾ। ਸੋ ਇਹਦੇ ਨਾਲ ਕੀ ਕੀਤਾ, ਇਹਦੇ ਨਾਲ ਜਿਹੜੇ ਵਿਦਿਆਰਥੀ ਸੀਗੇ ਉਹਨਾਂ ਨੂੰ ਅਸਲੂ ਵਸਤੂ ਤੇ ਜਿਹੜੀ ਲਿਖੀ ਹੋਈ ਹੈ ਨਾ ਗੱਲ, ਉਹਨਾਂ ਨੂੰ ਮਿਲਾਨ ਕਰਨ ਲਈ ਕਿਹਾ। ਸੋ ਇਹਦੇ ਵਿੱਚ ਉਹਨਾਂ ਨੂੰ ਮਿਲਾਨ ਕਰਨ ਦੇ ਵਿੱਚ ਮੈਚ ਦਾ ਕਾਲਮ ਦੇ ਵਿੱਚ ਮਦਦ ਮਿਲੇਗੀ। ਸੋ ਇਹ ਜਿਹੜਾ ਕੰਮ ਕੀਤਾ ਜਾ ਰਿਹਾ ਟੀਚਰ ਦੇ ਦੁਆਰਾ ਵਿਦਿਆਰਥੀਆਂ ਨੂੰ ਉਹਨਾਂ ਦੇ ਵਿੱਚ ਡੈਸ਼ ਸਮਰਿੱਧ ਕਰਨ ਦੇ ਵਿੱਚ ਸਹਾਇਤਾ ਮਿਲੇਗੀ। ਕਿਹਦੇ ਵਿੱਚ ਬੱਚਿਆਂ ਨੂੰ ਸਹਾਇਤਾ ਮਿਲੇਗੀ? ਵਿਆਕਰਣ ਪੜ੍ਹਨ ਦੇ ਵਿੱਚ, लेखन कौशल दे विच, शब्दावली दे विच या फिर लिखाई दे विच। सोच के दसो किहड़ा जवाब है जी इत्थे सही हो सकता है। वीडियो नूं पॉज करो ते माड़ा जिहा सोचो। सो इत्थे जिहड़ा तुहाडा सही जवाब होएगा वो होएगा इत्थे मेनली मैं एक बार होर क्वेश्चन दसदा भी बच्चों नूं की कहा जा रहा कि जिहड़े वस्तां हैगियां उन्हां ते उन्हां दा नाम लिख दित्ता गया। हुण उन्हां नूं ना भी बच्चों नूं मिलान करन दे विच कह रहे आ कि असली वस्तु नूं लिखते जिहड़ा शब्द है भी उहदे नाल मिलान करना, ठीक है ना जी। सो इहदे नाल बच्चे दी जिहड़ी वोकैबुलरी है वो डेवलप होएगी, ठीक है ना जी। बच्चों की जिहड़ी वोकैबुलरी है वो डेवलप होएगी। सो इस दे नाल ऑप्शन नंबर जिहड़ा 3 है जी ये होएगा तुहाडा सही जवाब। व्याकरण की इत्थे गल है नहीं गी, लेखन कौशल की गल है नहीं, क्योंकि आपां इत्थे हुण बच्चों नूं पैराग्राफ तो लिखा नहीं रहे, ठीक है जी। लिखाई दे विच भी कोई आपां बहुता उहनूं काम लिखण वाला दिता है नहीं गा। सो मेनली जिहड़ी गल है ये शब्दावली की कीती जा रही है। चलदे आ जी अज दा अपना सैकेंड लास्ट प्रश्न है, इहनूं भी वेख लैंदे आ। हेठ लिखिआं विचों किहड़ा एक बच्चे की भाषाई समर्था का आकलन करन विच घट असरदार है? हेठ लिखिआं विचों किहड़ा एक बच्चे की भाषाई समर्था का आकलन करन विच घट असरदार है? आपां घट दसना मतलब कि बाकी जिहड़ियां गल्लां लिखियां होणगीआं ओह असरदार हैगीआं, बट एक घट असरदार है। कहानी सुनाउणी, किसी घटना का वेरवा, कहानी लेखन या फिर सुलेख। उम्मीद करदा तुसीं इह जिहड़ा प्रश्न है इहदा जवाब तुसीं सही दे दित्ता होएगा, क्योंकि काफ़ी सौखा जिहा प्रश्न है। वेखदे आ इहदे विच जिहड़ा बच्चा है उहदी आपां करना की है भी जिहड़ी लैंगुएज की जिहड़ी कैपेसिटी है वो आपां डेवलप करनी है, ठीक है ना। उहदे विच आपां मतलब कि उहदे नाल आपां उहदा चैक करना है कि बच्चे ने कितना कुछ सिख लिया। वो किवें आपां चैक कर सकते हैं? जदों बच्चा कहानी सुणाऊगा फिर पता लग सकदा आपां नूं, जे कोई किसी घटना का वेरवा दे रहा फिर भी आपां नूं थोड़ा बहुत आइडिया हो जाएगा, कहानी लिख रहा फिर भी पता लग जाएगा। बट जेकर वो सुलेख लिख रहा, सुलेख का मतलब आपां सीधा वेख के एवें लिख दिंदे आ, ठीक है ना जी। सुलेख मतलब कि कला राइटिंग कर रहा हो, कोई दिमाग नहीं लगा रहा, कितों भी वेख के कुछ भी लिखता उन्हें, सो ये सुलेख है। सो की है जी ये बच्चों की ना भाषाई समर्था के आकलन दे विच ये बहुत ही घट असरदार है। सो ऑप्शन नंबर 4 की है जी ये तुहाडा सही जवाब है। सो इस दे नाल ही चलते हैं अज दे अपने लास्ट प्रश्न ते। लास्ट प्रश्न दे विच तुहानूं ये पुछया जा रहा हेठ लिखिआं विचों किहड़ा प्रश्न विद्यार्थियों विच भाषाई योग्यता वधाउण लई वधेरे सहायक है? मतलब कि तुसीं इन्हां सेंटेंसेस नूं पढ़ो ते फिर वेखो कि इन्हां दे विचों किहड़ा जिहड़ा प्रश्न है वो विद्यार्थियों दे विच जिहड़ी कि लैंगुएज स्किल्स हैगियां, जिहड़ी लैंगुएज दी एलिजिबिलिटी है ना, एबिलिटी है वो वधाउण दे विच सारिਆਂ नालों वध सहायक होवेगा। अपनियां मनपसंद किताबां दे नाम लिखण नाल कि बच्चों की जिहड़ी लैंगुएज दी जिहड़ी एबिलिटी है वो डेवलप हो सकती है। या फिर ऑप्शन नंबर 2 पहल शब्द की वरतों करते हुए एक वाक बनाओ, ठीक है जी। आपां उन्हां नूं कहांगे कि वाक बनाउण नूं आपां जे गल कवांगे फिर, या फिर तुहाडे अते तुहाडी मां विचकार एक संवाद लिखो भी आपां बच्चों नूं कहांगे कि तुहाडे ना रात नूं तुहाडी मदर्स नाल, मम्मी नाल, माता जी नाल जो भी गलबात हुई आ तुसीं उन्हां नूं लिखो आपदियां कॉपियां किताबां ते, मतलब कि तुसीं रात जो भी गलबात कीती है सारी गलबात लिखो। या फिर ऑप्शन नंबर 4 तुहाडे वल्लों पढ़ी गई कविता दे कवि दा नाम लिखो भी तुसीं एक कविता पढ़ी सी रात नूं, तुसीं ओहदा नाम लिख दो बस, ठीक है जी। सो इत्थे जिहड़ा सही जवाब है वो की होएगा? ऑप्शन नंबर 3 इत्थे सही जवाब होएगा। ते बाकी दे जवाब क्यों नहीं सही होणगे?
ਲਿਖਣ ਦੀ ਗੱਲ ਤਾਂ ਉੱਥੇ ਵੀ ਕੀਤੀ ਜਾ ਰਹੀ ਹੈ ਨਾ। ਸੋ ਇੱਥੇ ਸਿਰਫ ਕਿਤਾਬਾਂ ਦੇ ਨਾਮ ਲਿਖਣ ਦੀ ਗੱਲ ਕੀਤੀ ਜਾ ਰਹੀ ਆ। ਕਿਤਾਬਾਂ ਦੇ ਨਾਮ ਦਾ ਵੀ ਐਵੇਂ ਲਿਖੇ ਜਾ ਸਕਦੇ ਆ, ਮਤਲਬ ਕੋਈ ਇੱਥੇ ਬਹੁਤਾ ਲਿਖਣ ਦਾ ਕੰਮ ਦਿੱਤਾ ਨਹੀਂ ਜਾ ਰਿਹਾ। ਮਤਲਬ ਬੱਚਾ ਆਪਦੇ ਜਿਹੜੇ ਥਾਟਸ ਹੈਗੇ ਆ, ਜੇ ਵਿਚਾਰ ਹੈਗੇ ਆ, ਆਪਾਂ ਨੂੰ ਕੋਈ ਬਹੁਤਾ ਪਤਾ ਨਹੀਂ ਲੱਗੂਗਾ ਬੱਚੇ ਬਾਰੇ। ਸੋ ਆਪਸ਼ਨ ਨੰਬਰ ਫਸਟ ਤਾਂ ਗਲਤ ਹੋ ਗਿਆ। ਆਪਸ਼ਨ ਨੰਬਰ 2 ਦੇ ਵਿੱਚ ਆਪਾਂ ਸਿਰਫ ਵਾਕ ਬਣਾਉਣ ਲਈ ਕਹਿ ਰਹੇ ਹਾਂ, ਇਹ ਵੀ ਗਲਤ ਹੈ ਜੀ। ਆਪਸ਼ਨ ਨੰਬਰ 4 ਦੇ ਵਿੱਚ ਸਿਰਫ ਕਵੀ ਦਾ ਨਾਮ ਲਿਖਣ ਦੀ ਜਿਹੜੀ ਗੱਲ ਹੈ ਜੀ ਕੀਤੀ ਜਾ ਰਹੀ ਹੈ, ਸੋ ਇਹ ਵੀ ਗਲਤ ਹੋ ਗਿਆ। ਬਟ ਆਪਸ਼ਨ ਨੰਬਰ 3 ਦੇ ਵਿੱਚ ਜਿਹੜੀ ਗੱਲਬਾਤ ਹੈਗੀ ਆ ਮਾਂ ਦੇ ਵਿਚਕਾਰ ਤੇ ਬੱਚੇ ਦੇ ਵਿਚਕਾਰ, ਉਹ ਜਦੋਂ ਸਾਰੀ ਬੱਚਾ ਗੱਲ ਲਿਖੇਗਾ ਤੇ ਆਪਾਂ ਮਤਲਬ ਅੰਦਾਜ਼ਾ ਲਗਾ ਸਕਦੇ ਹਾਂ ਕਿ ਬੱਚੇ ਨੇ ਜਿਹੜੀ ਭਾਸ਼ਾ ਉਹ ਕਿੰਨੀ ਕੁ ਸਿੱਖ ਚੁੱਕਿਆ ਹੈ। ਸੋ ਆਪਸ਼ਨ ਨੰਬਰ 3 ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ। ਉਮੀਦ ਕਰਦਾ ਜੀ ਸੈਸ਼ਨ ਨੂੰ ਤੁਸੀਂ ਇੰਜੋਏ ਜ਼ਰੂਰ ਕੀਤਾ ਹੋਵੇਗਾ। ਸੰਡੇ ਵਾਲੇ ਦਿਨ ਵੀ ਮੈਂ ਤੁਹਾਡਾ ਜਿਹੜਾ ਸੈਸ਼ਨ ਹੈ ਜੀ ਉਹ ਰਿਕਾਰਡ ਕਰ ਰਿਹਾ। ਹਲੇ ਤਾਂ ਚਲੋ ਛੁੱਟੀਆਂ ਹੋਈਆਂ ਸੀਗੀਆਂ, ਮੈਂ ਘਰੇ ਆਇਆ ਹੋਇਆ ਸੀ। ਸੋ ਮੈਂ ਕਿਹਾ ਚਲੋ ਵੀ ਹਨਾ, ਮਤਲਬ ਕਿ ਮੈਂ ਤੁਹਾਡਾ ਟਾਈਮ ਕਿਉਂ ਖਰਾਬ ਕਰਾਂ, ਕਿ ਤੁਹਾਨੂੰ ਵੱਧ ਤੋਂ ਵੱਧ ਜਿਹੜੀਆਂ ਵੀਡੀਓਜ਼ ਨੇ ਉਹ ਪ੍ਰੋਵਾਈਡ ਕਰਵਾ ਸਕਾਂ। ਠੀਕ ਹੈ ਜੀ। ਸੋ ਜੇਕਰ ਸੈਸ਼ਨ ਵਧੀਆ ਲੱਗਿਆ ਹੋਵੇ ਤੁਸੀਂ ਇਹਨੂੰ ਲਾਈਕ ਜ਼ਰੂਰ ਕਰਨਾ ਹੈ। ਤੇ ਦੋਸਤੋ ਜੇਕਰ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰ ਲਿਓ ਜੀ, ਤੇ ਆਉਣ ਵਾਲੀਆਂ ਵੀਡੀਓਜ਼ ਨੂੰ ਮਿਸ ਨਾ ਕਰਨ ਲਈ ਜਿਹੜਾ ਬੈਲ ਆਈਕਨ ਹੈ ਉਹ ਵੀ ਪ੍ਰੈਸ ਕਰ ਦਿਓ। ਬਾਕੀ ਤੁਹਾਨੂੰ ਹੋਰ ਕਿਹੜਾ ਸਬਜੈਕਟ ਸਾਰਿਆਂ ਨਾਲੋਂ ਔਖਾ ਲੱਗਦਾ ਹੈ, ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਉਹ ਜਿਹੜੇ ਸਬਜੈਕਟ ਦੀ ਜਿਹੜੀ ਵੀਡੀਓ ਹੈ ਉਹ ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰਾਵਾਂ। ਸੋ ਜਿਹਦੇ ਮਤਲਬ ਕਿ ਵੱਧ ਕਮੈਂਟਸ ਹੋਣਗੇ ਕਿ ਜਿਹੜੇ ਸਬਜੈਕਟ ਦੇ ਵਿੱਚ ਸਮੱਸਿਆ ਆ ਰਹੀ ਆ, ਮੈਂ ਕੋਸ਼ਿਸ਼ ਕਰੂੰਗਾ ਕਿ ਚਲੋ ਉਹਨਾਂ ਦੀਆਂ ਵੀਡੀਓਜ਼ ਵੀ ਮੈਂ ਨਾ ਟਾਈਮ ਜਾਂ ਕੱਢ ਕੇ ਵੀ ਤੁਹਾਨੂੰ ਉਹ ਵੀਡੀਓਜ਼ ਪ੍ਰੋਵਾਈਡ ਕਰਵਾ ਦਿਆ ਕਰਾਂ। ਸੋ ਅੱਜ ਦੇ ਲਈ ਇੰਨਾ ਹੀ। ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।